ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਤੇ ਰਹਿਮਤ ਕੀ ਕੀਤੀ ਹੈ, ਉਸ ਰਹਿਮਤ ਦਾ ਦਾਇਰਾ ਵਿਅਕਤੀਗਤ ਜੀਵਨ ਤੋਂ ਲੈ ਕੇ ਸਿੱਖ ਦੇ ਰਾਜ ਪ੍ਰਬੰਧ ਤੱਕ ਕਿਵੇਂ ਦਾ ਹੈ, ਅੱਜ ਉਸ ਨੂੰ ਸਮਝਣ ਦਾ ਯਤਨ ਜ਼ਰੂਰ ਕਰੀਏ। ਔਰ ਉਸ ਸਾਰੇ ਵਰਤਾਰੇ ਨੂੰ ਸਮਝਣ ਦੇ ਵਾਸਤੇ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਇੱਕ ਸ਼ਬਦ ਨੂੰ ਉਸ ਦੇ ਆਧਾਰ ਸਰੂਪ ਲੈਣ ਦਾ ਯਤਨ ਕਰਾਂਗਾ। ਰਹਾਉ ਦੀ ਤੁਕ ਦੇ ਵਿੱਚ ਭਗਤ ਰਵਿਦਾਸ ਜੀ ਇੱਕ ਬਹੁਤ ਪਿਆਰਾ ਜ਼ਿੰਦਗੀ ਜਿਉਣ ਦਾ ਸਚਾਰ ਪੱਖ ਸਾਡੇ ਸਾਹਮਣੇ ਰੱਖਦੇ ਨੇ। ਊਹਾਂ ਖੈਰ ਸਦਾ ਮੇਰੇ ਭਾਈ। ਮਨੁੱਖ ਹਮੇਸ਼ਾ ਉਸ ਜਗ੍ਹਾ ਦੇ ਉੱਪਰ ਜਿਉਣਾ ਚਾਹੁੰਦਾ ਹੈ ਜਿੱਥੇ ਉਸ ਨੂੰ ਕੋਈ ਦੁੱਖ ਨਾ ਹੋਵੇ, ਜਿੱਥੇ ਕੋਈ ਚਿੰਤਾ ਨਾ ਹੋਵੇ, ਜਿੱਥੇ ਸਮਾਜਿਕ ਸੁਰੱਖਿਆ ਹੋਵੇ, ਜਿੱਥੇ ਸੋਸ਼ਲ ਸਿਕਿਉਰਿਟੀ ਹੋਵੇ, ਜਿੱਥੇ ਕੋਈ ਗਮ ਨਾ ਹੋਵੇ, ਜਿਸ ਦੇ ਮਨ ਦੇ ਉੱਪਰ ਕੋਈ ਆਰਥਿਕਤਾ ਦਾ ਬੋਝ ਨਾ ਹੋਵੇ। ਸੋ ਵਿਅਕਤੀਗਤ ਤੌਰ ਤੇ ਮਨੁੱਖ ਐਸੀ ਜਗ੍ਹਾ ਨੂੰ, ਐਸੇ ਰਾਜ ਨੂੰ, ਐਸੇ ਪ੍ਰਬੰਧ ਨੂੰ ਪਸੰਦ ਕਰਦਾ ਹੈ। ਔਰ ਉਸ ਰਾਜ ਦਾ ਜਿਹੜਾ ਤਸੱਵਰ ਕੀਤਾ ਹੈ ਭਾਈ ਸਾਹਿਬ ਭਗਤ ਰਵਿਦਾਸ ਜੀ ਨੇ, ਉਹ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ। ਉਹ ਬੇਗਮਪੁਰਾ ਹੈ। ਬੇਸ਼ਬਦ ਜਦੋਂ ਲੱਗ ਜਾਂਦਾ ਹੈ, ਉਸ ਦਾ ਭਾਵ ਹੀ ਹੁੰਦਾ ਹੈ ਕਿ ਨਕਾਰਾਤਮਕ ਰੂਪ ਦੇ ਵਿੱਚ ਅਸੀਂ ਉਸ ਨੂੰ ਲੈਂਦੇ ਹਾਂ ਕਿ ਜਿੱਥੇ ਗਮ ਕੋਈ ਨਹੀਂ ਹੈ। ਸ਼ਹਿਰ ਕੋ ਨਾਉ। ਫਿਰ ਅਗਲੀ ਗੱਲ, ਦੁੱਖ ਅੰਦੋਹ ਨਾ ਹੀ ਤੈ ਠਾਉ। ਦੁੱਖ ਅੰਦੋਹ ਸ਼ਬਦ ਪਰਸ਼ੀਅਨ ਦੇ ਵਿੱਚੋਂ ਚਿੰਤਾ, ਨਾ ਕੋਈ ਦੁੱਖ ਤੇ ਨਾ ਕੋਈ ਗਮ, ਨਾ ਤਸਵੀਸ ਖਿਰਾਜ਼ ਨਾ ਮਾਲ, ਨਾ ਕਿਸੇ ਤਰ੍ਹਾਂ ਦਾ ਕੋਈ ਟੈਕਸ, ਨਾ ਕਿਸੇ ਤਰ੍ਹਾਂ ਦੀ ਕੋਈ ਚਿੰਤਾ, ਨਾ ਕੋਈ ਭੈ, ਨਾ ਖੌਫ, ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਨਾ ਖਤਾ। ਬਾਰ-ਬਾਰ ਤੁਹਾਨੂੰ ਕਿਸੇ ਵੀ ਗਲਤੀ ਤੋਂ ਬਾਅਦ ਰਹਿਮ ਦੀ ਅਪੀਲ ਕਰਨ ਦੀ ਲੋੜ ਨਹੀਂ। ਨਾ ਤਰਸ, ਨਾ ਤੁਹਾਡੇ ਮਨ ਦੇ ਉੱਪਰ ਇਹ ਬੋਝ ਹੋਵੇ ਕੋਈ ਮੇਰੇ ਤੇ ਤਰਸ ਕਰ ਰਿਹਾ, ਨਾ ਜਵਾਲ, ਨਾ ਕਿਸੇ ਤਰ੍ਹਾਂ ਦਾ ਕੋਈ ਘਾਟਾ। ਆਪ ਮੋਹੇ ਖੂਬ ਵਤਨ ਗਹਿ ਪਾਈ। ਤੇ ਹੁਣ ਮੈਂ ਉਸ ਰਾਜ ਨੂੰ ਲੱਭ ਲਿਆ ਤੇ ਉਸ ਰਾਜ ਦਾ ਨਕਸ਼ਾ ਹੈ ਊਹਾਂ ਖੈਰ ਸਦਾ ਮੇਰੇ ਭਾਈ, ਕਿ ਮੈਂ ਸਦਾ ਉਸ ਰਾਜ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਬਤੀਤ ਕਰ ਸਕਦਾ ਹਾਂ। ਇਹ ਆਤਮਿਕ ਸੰਕਲਪ ਹੈ। ਇਹ ਸਾਰੀ ਆਤਮਾ ਦੀ ਗੱਲ ਹੈ, ਸਪਿਰਿਚੁਅਲਿਟੀ ਦੀ ਗੱਲ ਹੈ ਕਿ ਮਨੁੱਖ ਉਸ ਜਗ੍ਹਾ ਦੇ ਉੱਪਰ ਆਨੰਦਦਾਇਕ ਜੀਵਨ ਜੀਣ ਦੀ ਸੋਚ ਰੱਖਦਾ ਹੈ ਜਿੱਥੇ ਸਾਰੇ ਤਰ੍ਹਾਂ ਦੇ ਡਰ ਤੋਂ, ਭੈ ਤੋਂ, ਜਾਂ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਤੋਂ ਮੁਕਤ ਹੋਵੇ। ਮਨੁੱਖ ਜਿਹੜਾ ਹੈ ਸਮਾਜਿਕ, ਧਾਰਮਿਕ, ਆਰਥਿਕ ਤੌਰ ਦੇ ਉੱਪਰ ਆਜ਼ਾਦ ਹੋਵੇ। ਪਰ ਇਹ ਤਾਂ ਵਿਅਕਤੀਗਤ ਰੂਹਾਨੀਅਤ ਦੀ ਗੱਲ ਹੈ। ਜੇਕਰ ਇਸ ਦਾ ਤਸੱਵਰ ਅਸੀਂ ਸੰਸਾਰ ਤੇ ਕਰਨਾ ਹੋਵੇ ਤੇ ਫਿਰ ਖਾਲਸੇ ਦਾ ਉਹ ਰਾਜ ਕਿਵੇਂ ਦਾ ਹੋਵੇ। ਕਿਉਂਕਿ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਚਾਰੀ ਬਾਣੀ ਦੀ ਵਿਆਖਿਆ ਇਤਿਹਾਸ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਜਦੋਂ ਅਸੀਂ ਗੁਰਸਿੱਖ ਦੇ ਜੀਵਨ ਦੀ, ਗੁਰਸਿੱਖ ਦੇ ਗੁਣਾਂ ਦੀ ਗੱਲ ਕਰਾਂਗੇ ਤਾਂ ਸਾਡੇ ਸਾਹਮਣੇ ਇਤਿਹਾਸ ਦੇ ਵਿੱਚੋਂ ਹੀ ਇੱਕ ਸ਼ਖਸੀਅਤ ਹੋਵੇਗੀ ਕਿ ਬਾਬਾ ਬੁੱਢਾ ਜੀ ਤੋਂ ਲੈ ਕੇ ਭਾਈ ਗੁਰਦਾਸ ਜੀ ਤੱਕ, ਭਾਈ ਨੰਦ ਲਾਲ ਜੀ ਤੱਕ ਗੁਰਸਿੱਖ ਦਾ ਜੀਵਨ ਕਿਵੇਂ ਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਰੱਬ ਨੂੰ ਪਹੁੰਚੇ ਹੋਏ ਰਹਿਬਰਾਂ ਦੀ ਗੱਲ ਕਰਾਂਗੇ, ਜਿਨ੍ਹਾਂ ਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਭੇਦ ਨਾ ਜਾਣੋ ਮੂਲ ਸਾਈਂ ਜੇ ਆ, ਤੇ ਅਸੀਂ ਉਵੇਂ ਦੀ ਸ਼ਖਸੀਅਤ ਦੀ ਵਾਰਤਾਲਾਪ ਕਰਾਂਗੇ। ਤੇ ਜਦੋਂ ਅਸੀਂ ਇਹ ਗੱਲ ਕਰਾਂਗੇ ਕਿ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਲੇਮੀ ਰਾਜ ਜੀਓ, ਖਾਲਸਾ ਰਾਜ ਕਿਵੇਂ ਦਾ ਹੋਵੇ, ਉਹ ਸਿੱਖ ਹੋਮਲੈਂਡ ਕਿਵੇਂ ਦਾ ਹੋਵੇ, ਜਿਹਦੇ ਵਿੱਚ ਇਹ ਸਾਰੇ ਖੁਸ਼ ਰਹਿਣ ਦੇ ਸੰਕੇਤ ਹੋਣ, ਤਾਂ ਫਿਰ ਉਹ ਰਾਜ ਕਿਵੇਂ ਦਾ ਹੋਵੇ। ਜਿੰਨਾ ਚਿਰ ਤੱਕ ਅਸੀਂ ਉਸ ਰਾਜ ਦੇ ਇਸ ਤਸੱਵਰ ਦੇ ਵਿੱਚੋਂ ਉਸ ਨੂੰ ਪ੍ਰਗਟ ਰੂਪ ਦੇ ਵਿੱਚ ਵੇਖਣ ਦਾ, ਸਮਝਣ ਦਾ ਯਤਨ ਨਹੀਂ ਕਰਾਂਗੇ, ਉਦੋਂ ਤੱਕ ਸਾਨੂੰ ਹਲੇਮੀ ਰਾਜ ਦਾ ਸੰਕਲਪ ਜਿਹੜਾ ਉਹ ਸਮਝ ਨਹੀਂ ਆਵੇਗਾ। ਬਿਲਕੁਲ ਇਸ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਪਿੱਛੇ ਜੇ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਵੇਗਾ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਇੱਕ ਬੜੀ ਚਰਚਾ ਚੱਲੀ ਸੀ। ਵੈਸੇ ਇਸ ਤੋਂ ਪਹਿਲਾਂ ਇਹ ਚਰਚਾ ਜਿਹੜੀ ਹੈ ਤਕਰੀਬਨ 1892 ਦੇ ਵਿੱਚ
ਇੰਗਲੈਂਡ ਦੀ ਇੱਕ ਅਖਬਾਰ ਸੀ ਸਪਤਾਹਿਕ ਟਿਟਬਿਟਸ, ਉਹਦੇ ਵਿੱਚ ਵੀ ਚੱਲ ਚੁੱਕੀ ਹੈ। ਉਸ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਅਖਬਾਰਾਂ ਦੇ ਵਿੱਚ ਕਿ ਜੇਕਰ ਦੁਨੀਆ ਦੇ ਇੰਪੀਰੀਅਲ ਸਟੇਟ ਜਿਹੜੇ ਨੇ, ਜਿਹੜੇ ਰਾਜ ਨੇ, ਜਿਹੜੀਆਂ ਰਾਜ ਸੱਤਾਵਾਂ ਨੇ, ਡੈਮੋਕ੍ਰੇਸੀ ਤੋਂ ਪਹਿਲਾਂ ਦੀ ਗੱਲ ਹੈ, ਜੇਕਰ ਉਹਨਾਂ ਰਾਜ ਸੱਤਾ ਦੇ ਵਿੱਚੋਂ ਚੰਗੇ ਰਾਜ ਦੀ ਗੱਲ ਕੀਤੀ ਜਾਵੇ ਤੇ ਫਿਰ ਉਹ ਰਾਜ ਕਿਹੜਾ ਹੈ? ਵੋਟਿੰਗ ਹੋਈ, ਲੋਕਾਂ ਦਾ ਪੱਖ ਚਾੜਿਆ ਗਿਆ, ਜਰਨਲਿਸਟ, ਹਿਸਟੋਰੀਅਨ ਤੇ ਜਿੰਨੇ ਵੀ ਇਤਿਹਾਸ ਨੂੰ ਸਮਝਣ ਵਾਲੇ ਲੋਕ ਨੇ, ਉਹਨਾਂ ਨੇ ਆਪਣੀ ਵੱਖ-ਵੱਖ ਰਾਏ ਦਿੱਤੀ ਤੇ ਉੱਭਰ ਕੇ ਇਹ ਗੱਲ ਸਾਹਮਣੇ ਆਈ ਕਿ ਜੇਕਰ ਦੁਨੀਆ ਦੇ ਵਿੱਚ ਉਸ ਰਾਜ ਦਾ ਨਕਸ਼ਾ ਵੇਖਣਾ ਹੈ ਜਿੱਥੇ ਸਾਰੇ ਲੋਕ ਸੁਖੀ ਵਸਦੇ ਹੋਣ, ਤੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ। ਹੁਣ ਇਹ ਜਿਹੜੀ ਰਾਜ ਦੀ ਪਰਿਭਾਸ਼ਾ ਹੈ, ਇਹ ਗੁਰਮਤਿ ਵਿਚਾਰਧਾਰਾ ਦੇ ਵਿੱਚੋਂ ਆ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬਦਨਾਮ ਕਰਨ ਦਾ ਬਹੁਤ ਯਤਨ ਕੀਤਾ ਗਿਆ। ਆਮ ਕਿਤਾਬਾਂ ਤੋਂ ਲੈ ਕੇ ਅਕੈਡਮਿਕ ਲੈਵਲ ਤੱਕ ਜਾਂ ਅਕੈਡਮਿਕ ਇੰਸਟੀਟਿਊਸ਼ਨਸ ਦੇ ਵਿੱਚ ਸਾਨੂੰ ਜੋ ਕੁਝ ਵੀ ਪੜ੍ਹਾਇਆ ਜਾਂਦਾ ਹੈ ਉਹ ਟੋਟਲੀ ਨਕਾਰਾਤਮਕ ਹੈ, ਨੈਗੇਟਿਵਿਟੀ। ਕਾਹਦੇ ਕਰਕੇ? ਕਿ ਸਿੱਖ ਦੇ ਅੰਦਰ ਸਟੇਟਹੁੱਡ ਦੀ, ਰਾਜ ਦੀ ਭਾਵਨਾ ਜਿਹੜੀ ਉਹ ਜਨਮ ਨਾ ਲੈ ਸਕੇ। ਸਿੱਖ ਨੂੰ ਆਪਣੇ ਰਾਜ ਦੇ ਪ੍ਰਤੀ ਨਕਾਰਾਤਮਕ ਰੂਪ 'ਚ ਸਿਰਜਿਆ ਜਾਵੇ ਕਿ ਉਹ ਆਪਣੀ ਰਾਜ ਸੱਤਾ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇ। ਪਰ ਅਸੀਂ ਇਸ ਨੂੰ ਗੁਰਮਤਿ ਵਿਚਾਰਧਾਰਾ ਦੇ ਦਾਇਰੇ 'ਚ ਘੋਖਣ ਦਾ ਯਤਨ ਕਰਨਾ ਹੈ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ ਦੇ ਵਿੱਚ ਇੱਕ ਬਹੁਤ ਪਿਆਰਾ ਸੰਕੇਤ ਸਾਡੇ ਸਾਹਮਣੇ ਰੱਖਦੇ ਨੇ। ਔਰੰਗਜ਼ੇਬ ਨੂੰ ਲਿਖੇ ਇਸ ਪੱਤਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜ਼ੋ, ਨਾ ਫਰਸ਼, ਖੁਦਾਵੰਦ ਬਖਸ਼ਿੰਦ ਏ ਐਸ਼ੋ ਅਰਸ਼। ਸਾਜ਼ ਵੈਸੇ ਤਾਂ ਹੌਰਸ ਸੈਡਲਸ ਜਿਹੜੇ ਨੇ, ਜਿਹੜੀ ਘੋੜੇ ਦੀ ਜ਼ੀਨ ਜਾਂ ਜਿੰਨੇ ਵੀ ਘੋੜੇ ਦੇ ਬੰਦੋਬਸਤ ਦੇ ਵਾਸਤੇ ਅਸੀਂ ਉਸ ਦੇ ਜਿੰਨੇ ਵੀ ਸਾਜ਼ ਵਰਤੇ, ਉਹਦੇ ਵਾਸਤੇ ਸਾਜ਼ ਸ਼ਬਦ ਵਰਤਿਆ ਗਿਆ। ਪਰ ਇੱਥੇ ਇਹ ਸ਼ਬਦ ਮਟੀਰੀਅਲਿਜ਼ਮ ਦਾ ਪ੍ਰਤੀਕ ਹੈ, ਇੱਥੇ ਆਰਥਿਕਤਾ ਦਾ ਪ੍ਰਤੀਕ ਹੈ, ਤੁਹਾਡੇ ਫਾਈਨੈਂਸ਼ੀਅਲ ਸਟੇਟਸ ਦਾ ਪ੍ਰਤੀਕ ਹੈ। ਬਾਜ਼ ਨੀਤੀ, ਰਾਜ ਸੱਤਾ ਦੀ, ਫੌਜ ਡਿਫੈਂਸ, ਫਰਸ਼ ਜ਼ਮੀਨ। ਜਿੰਨਾ ਚਿਰ ਇਹ ਚਾਰ ਚੀਜ਼ਾਂ ਨਾ ਹੋਣ ਕਦੀ ਕੋਈ ਰਾਜ ਹੋਂਦ 'ਚ ਆ ਸਕਦਾ ਹੈ। ਫਰਸ਼ ਜ਼ਮੀਨ ਦੀ ਵੀ ਲੋੜ ਹੈ, ਡਿਫੈਂਸ ਆਰਮੀ ਦੀ ਵੀ ਲੋੜ ਹੈ, ਬਾਜ਼ ਨੀਤੀ ਦੀ ਵੀ ਲੋੜ ਹੈ, ਸਾਜ਼ ਮਟੀਰੀਅਲਿਜ਼ਮ ਦੀ ਵੀ ਲੋੜ ਹੈ। ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇ ਅਕਾਲ ਪੁਰਖ ਰਹਿਮਤ ਕਰੇ, ਖੁਦਾਵੰਦ ਬਖਸ਼ਿੰਦੇ ਐਸ਼ੋ ਅਰਸ਼, ਤਾਂ ਪ੍ਰਮਾਤਮਾ ਜਿਹੜਾ ਕਿਸੇ ਵੀ ਮਨੁੱਖ ਨੂੰ ਬਹੁਤ ਵੱਡਾ ਰਾਜ ਬਖਸ਼ਿਸ਼ ਕਰ ਸਕਦਾ ਹੈ। ਪਰ ਸਵਾਲ ਇਹ ਹੈ ਕਿ ਰਾਜ ਨੂੰ ਚਲਾਉਣ ਵਾਲਾ ਕਿਵੇਂ ਦਾ ਹੋਵੇ। ਹੁਣ ਉਸ ਗੁਰਸਿੱਖ ਦੇ ਜੀਵਨ ਦੇ ਵਿੱਚੋਂ ਜਾਂ ਗੁਰਮਤਿ ਵਿਚਾਰਧਾਰਾ ਨੇ ਜਿਹੜੀ ਗੁਰਸਿੱਖੀ ਦੀ ਪਰਿਭਾਸ਼ਾ ਦਿੱਤੀ, ਅਸੀਂ ਉਸ ਨੂੰ ਵੇਖਣਾ। ਕਿਉਂਕਿ ਜਿਹੜਾ ਗੁਰੂ ਦਾ ਤੇ ਅਕਾਲ ਪੁਰਖ ਦਾ ਸਿੱਖ ਧਰਮ ਦੇ ਵਿੱਚ ਸੰਕਲਪ ਤੇ ਜਿਹੜੀ ਪਰਿਭਾਸ਼ਾ ਹੈ ਨਾ, ਉਹ ਹੈ ਕਿ ਗੁਰੂ ਹੀ ਪਰਮੇਸ਼ਰ ਹੈ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਹੀ ਪਰਮੇਸ਼ਰ ਹੈ। ਜੇ ਗੁਰੂ ਪਰਮੇਸ਼ਰ ਹੈ ਤੇ ਗੁਰੂ ਨੇ ਸਿੱਖ ਦੇ ਉੱਪਰ ਜਿਹੜੀ ਰਹਿਮਤ ਕੀਤੀ ਹੈ ਉਹ ਬੜੀ ਵਿਲੱਖਣ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਸਿੱਖ ਦੇ ਉੱਪਰ ਰਹਿਮਤ ਕੀਤੀ ਹੈ ਉਹ ਬੜੀ ਵਿਲੱਖਣ ਹੈ ਕਿ ਪਰਮੇਸ਼ਰ ਨੇ ਆਪਣਾ ਸਰੂਪ ਗੁਰੂ ਦੇ ਵਿੱਚ ਰੱਖਿਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭੱਟ ਸਾਹਿਬਾਨ ਕਹਿੰਦੇ ਨੇ, ਜੇਕਰ ਅਕਾਲ ਪੁਰਖ ਨੇ ਨਿਰਾਕਾਰ ਰੂਪ ਤੋਂ ਸਾਕਾਰ ਰੂਪ ਦੇ ਵਿੱਚ ਆਪਣਾ ਸਭ ਕੁਝ ਗੁਰੂ ਦੇ ਵਿੱਚ ਸਥਾਪਿਤ ਕਰ ਦਿੱਤਾ ਤੇ ਗੁਰੂ ਨੇ ਫਿਰ ਇਹਦੇ ਤੋਂ ਵੱਡੀ ਕਿਰਪਾ ਕੀਤੀ ਹੈ ਕਿ ਗੁਰੂ ਨੂੰ ਖਾਲਸੇ ਨੂੰ ਕਹਿ ਦਿੱਤਾ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਹਉ ਖਾਲਸੇ ਕੋ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਫਿਰ ਮੇਰੇ ਵਿੱਚ ਤੇ ਖਾਲਸੇ ਦੇ ਵਿੱਚ ਕੋਈ ਅੰਤਰ ਨਹੀਂ। ਇਹਦਾ ਮਤਲਬ ਅਕਾਲ ਪੁਰਖ ਗੁਰੂ ਤੇ ਗੁਰੂ ਨੇ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਖਾਲਸੇ ਨੂੰ। ਹੁਣ ਫਿਰ ਜਿਹੜੇ ਗੁਣ ਗੁਰੂ ਦੇ ਵਿੱਚ ਨੇ, ਸਿੱਖ ਦੇ ਵਿੱਚ ਉਹ ਗੁਣ ਹੋਣੇ ਚਾਹੀਦੇ ਤੇ ਗੁਰੂ ਦੇ ਵਿੱਚ ਕਿਹੜੇ ਗੁਣ ਨੇ? ਅਕਾਲ ਪੁਰਖ ਦੇ ਗੁਣ ਨੇ।
ਤੇ ਅਕਾਲ ਪੁਰਖ ਦੇ ਕੋਲ ਅਸੀਂ ਤਿੰਨ ਤਾਕਤਾਂ ਵੇਖਦੇ ਹਾਂ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਸੰਸਾਰ ਨੂੰ ਪੈਦਾ ਕਰਨਾ, ਸੰਸਾਰ ਨੂੰ ਰਿਜ਼ਕ ਦੇਣਾ ਤੇ ਸੰਸਾਰ ਨੂੰ ਖਤਮ ਕਰ ਦੇਣਾ। ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਖਾਲਸੇ ਨੂੰ ਇਸ ਵਿਲੱਖਣ ਤਾਕਤ ਦੀ ਬਖਸ਼ਿਸ਼ ਕਰਦੇ ਨੇ ਤਾਂ ਉਹਦਾ ਭਾਵ ਇਹ ਹੈ ਕਿ ਜੇਕਰ ਸਿੱਖ ਦੇ ਕੋਲ ਰਾਜ ਸੱਤਾ ਹੈ ਤੇ ਉਹਦੇ ਕੋਲ ਵੀ ਇਹ ਗੁਣ ਹੋਣੇ ਚਾਹੀਦੇ ਨੇ। ਉਹ ਗੁਣ ਕਿਹੜੇ ਨੇ? ਪ੍ਰਗਟ ਇਸ ਰਿਆਇਆ ਨੂੰ, ਇਸ ਦੁਨੀਆ ਨੂੰ ਅਕਾਲ ਪੁਰਖ ਕਰਦਾ ਹੈ, ਪਰ ਉਸ ਦੁਨੀਆ ਨੂੰ ਸੁੱਖ ਦੇਣਾ ਸਿੱਖ ਦਾ ਫਰਜ਼ ਹੈ। ਰਿਜ਼ਕ ਪਰਮਾਤਮਾ ਦੇ ਹੱਥ ਦੇ ਵਿੱਚ ਹੈ, ਪਰ ਰਿਜ਼ਕ ਦੇ ਜਿਹੜੇ ਸਾਧਨ ਨੇ ਉਹ ਮੁਹੱਈਆ ਕਰਾਉਣੇ ਸਿੱਖ ਦਾ ਫਰਜ਼ ਹੈ। ਜਾਨ ਲੈਣਾ ਪਰਮਾਤਮਾ ਦੇ ਹੱਥ ਦੇ ਵਿੱਚ ਹੈ, ਪਰ ਮਨੁੱਖਤਾ ਦੀ ਜਾਨ ਦੀ ਰਾਖੀ ਕਰਨਾ ਸਿੱਖ ਦਾ ਫਰਜ਼ ਹੈ। ਇਹ ਸਿੱਖ ਦੀ ਰਾਜ ਸੱਤਾ ਦਾ ਗੁਣ ਹੈ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਆਗਰੇ ਦੇ ਵਿੱਚ ਨੇ, ਜੈਜੋਂ ਦੀ ਜੰਗ ਹੋਈ, ਔਰੰਗਜ਼ੇਬ ਦੀ ਮੌਤ ਹੋ ਚੁੱਕੀ ਸੀ। ਔਰੰਗਜ਼ੇਬ ਦੇ ਦੋ ਪੁੱਤਰਾਂ ਦੇ ਵਿੱਚ ਰਾਜ ਨੂੰ ਲੈ ਕੇ ਜੰਗ ਹੋ ਰਹੀ ਹੈ। ਇੱਕ ਪਾਸੇ ਤਾਰਾ ਆਜ਼ਮ ਔਰ ਇੱਕ ਪਾਸੇ ਮੁਅੱਜ਼ਮ ਸ਼ਾਹ, ਸ਼ਹਿਜ਼ਾਦਾ ਮੁਅੱਜ਼ਮ। ਦੋਵਾਂ ਪ੍ਰਿੰਸਸ ਦੇ ਵਿੱਚ, ਦੋਹਾਂ ਰਾਜਕੁਮਾਰਾਂ ਦੇ ਵਿੱਚ ਜੰਗ ਹੋ ਰਹੀ ਹੈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਦਦ ਕਰ ਰਹੇ ਨੇ ਸ਼ਹਿਜ਼ਾਦਾ ਮੁਅੱਜ਼ਮ ਦੀ। ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਜਿਸ ਬਾਦਸ਼ਾਹ ਦੇ ਹੁਕਮ ਦੇ ਉੱਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਸ਼ਹੀਦ ਕਰ ਦਿੱਤੇ ਜਾਂਦੇ ਨੇ, ਉਸੇ ਹੀ ਬਾਦਸ਼ਾਹ ਦੇ ਫਰਜ਼ੰਦ ਦੀ ਮਦਦ ਗੁਰੂ ਸਾਹਿਬ ਕਰ ਰਹੇ ਨੇ। ਇਹਦਾ ਮਤਲਬ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਇਹ ਮਦਦ ਕੀਤੀ ਗਈ ਭਾਈ ਨੰਦ ਲਾਲ ਜੀ ਦੇ ਕਹਿਣ ਦੇ ਉੱਪਰ। ਨੰਦ ਲਾਲ ਜੀ ਨੇ ਇਸ ਕਰਕੇ ਕਿਹਾ ਕਿਉਂਕਿ ਸ਼ਹਿਜ਼ਾਦਾ ਮੁਅੱਜ਼ਮ ਨੇ ਫਾਰਸੀ ਤੇ ਅਰਬੀ, ਪਰਸ਼ੀਅਨ ਤੇ ਅਰੈਬਿਕ ਭਾਈ ਨੰਦ ਲਾਲ ਜੀ ਦੇ ਕੋਲੋਂ ਸਿੱਖੀ ਸੀ। ਹੁਣ ਇਸ ਜੰਗ ਦੇ ਵਿੱਚ ਸ਼ਹਿਜ਼ਾਦਾ ਮੁਅੱਜ਼ਮ ਦੀ ਜਿੱਤ ਹੁੰਦੀ ਹੈ। ਆਪਣੇ ਬਾਪ ਔਰੰਗਜ਼ੇਬ ਤੋਂ ਬਾਅਦ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ ਹੈ। ਉਸ ਦਾ ਨਾਮ ਫਿਰ ਰੱਖਿਆ ਜਾਂਦਾ ਹੈ ਬਹਾਦਰ ਸ਼ਾਹ, ਜਿਸ ਨੂੰ ਤੁਸੀਂ ਬਹਾਦਰ ਸ਼ਾਹ ਦੇ ਰੂਪ ਵਿੱਚ ਜਾਣਦੇ ਹੋ। ਬਹਾਦਰ ਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ ਹੈ। ਜਦੋਂ ਤਖਤ ਤੇ ਬੈਠਦਾ ਹੈ, ਤਖਤ ਨਸ਼ੀਨੀ ਜਿਹੜੀ ਹੁੰਦੀ ਹੈ ਆਗਰੇ ਦੇ ਵਿੱਚ, ਤੇ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਤਿਕਾਰ ਕਰਦਾ ਹੈ। ਇੱਕ ਮੁਗਲ ਰਾਜ ਦੀ ਪਰੰਪਰਾ ਹੈ ਕਿ ਮੁਗਲ ਬਾਦਸ਼ਾਹ ਜਦੋਂ ਕਿਸੇ ਨੂੰ ਰੋਬ ਆਫ ਆਨਰ, ਜਦੋਂ ਖਿੱਲਤ ਭੇਟ ਕਰਦਾ ਹੈ ਨਾ, ਤਾਂ ਉਸ ਵੇਲੇ ਜਿਸ ਨੂੰ ਭੇਟ ਕੀਤੀ ਜਾਂਦੀ ਹੈ ਉਹ ਰਾਜੇ ਦੇ ਦਰਬਾਰ ਦੇ ਵਿੱਚ ਉਸ ਨੂੰ ਪਹਿਨਦਾ ਹੈ। ਤੇ ਹਿੰਦੁਸਤਾਨ ਦੇ ਧਾਰਮਿਕ ਜਗਤ ਦੇ ਕੋਲ ਇੱਕ ਹੀ ਐਸੀ ਸ਼ਖਸੀਅਤ ਹੈ ਜਿਹੜਾ ਰਾਜੇ ਦੇ ਸਾਹਮਣੇ ਉਸ ਖਿੱਲਤ ਨੂੰ ਨਹੀਂ ਪਹਿਨਦਾ, ਆਪਣੇ ਨਾਬਰ ਨੂੰ, ਆਪਣੇ ਸਾਥੀ ਨੂੰ, ਆਪਣੇ ਨੌਕਰ ਨੂੰ ਉਹ ਫੜਾ ਸਕਦਾ ਹੈ। ਉਹ ਹੈ ਸ਼ੈਖੁਲ ਹਿੰਦ। ਕੇਵਲ ਉਸ ਦੇ ਕੋਲ ਤਾਕਤ ਹੈ ਕਿਉਂਕਿ ਉਹ ਰਾਜੇ ਤੋਂ ਵੱਡਾ ਗਿਣਿਆ ਜਾਂਦਾ ਹੈ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਹਿਜ਼ਾਦਾ ਮੁਅੱਜ਼ਮ ਦੇ ਦਰਬਾਰ ਦੇ ਵਿੱਚ ਉਸ ਖਿੱਲਤ ਨੂੰ ਨਹੀਂ ਪਹਿਨਿਆ। ਇਤਿਹਾਸਕਾਰਾਂ ਦੀ ਰਾਏ ਵੱਖ-ਵੱਖ ਹੈ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਦਇਆ ਸਿੰਘ ਨਾਲ ਸਨ, ਕੁਝ ਇਤਿਹਾਸਕਾਰ ਲਿਖਦੇ ਨੇ ਭਾਈ ਮਾਨ ਸਿੰਘ ਨਾਲ ਸਨ। ਗੁਰੂ ਸਾਹਿਬ ਨੇ ਉਹ ਜਿਹੜਾ ਰੋਬ ਆਫ ਆਨਰ ਹੈ, ਉਹ ਜਿਹੜੀ ਖਿੱਲਤ ਹੈ, ਉਹ ਆਪਣੇ ਸਾਥੀ ਸਿੱਖ ਨੂੰ ਦੇ ਦਿੱਤੀ। ਹੁਣ ਜਿਹੜੇ ਉਸ ਵੇਲੇ ਉਹਦੀ ਕੋਰਟ ਦੇ ਵਿੱਚ, ਉਸ ਦੇ ਦਰਬਾਰ ਦੇ ਜਿਹੜੇ ਕਾਜ਼ੀ ਨੇ, ਉਹਨਾਂ ਦੇ ਮਨ ਦੇ ਅੰਦਰ ਈਰਖਾ ਪੈਦਾ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ। ਈਰਖਾ ਪੈਦਾ ਹੋਈ ਹੈ ਕਿ ਗੁਰੂ ਨੇ ਰਾਜੇ ਦੀਆਂ ਨਜ਼ਰਾਂ ਦੇ ਵਿੱਚ ਇੰਨਾ ਜ਼ਿਆਦਾ ਅਹਿਮ ਰੁਤਬਾ ਪ੍ਰਾਪਤ ਕਰ ਲਿਆ ਕਿ ਰਾਜੇ ਨੇ ਆਪਣਾ ਧਾਰਮਿਕ ਆਗੂ ਗੁਰੂ ਨੂੰ ਸਵੀਕਾਰ ਕਰਕੇ ਗੁਰੂ ਨੂੰ ਆਪਣੇ ਸੱਜੇ ਪਾਸੇ ਬਿਠਾ ਲਿਆ। ਉਸ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਦਾ ਇੱਕ ਵਜ਼ੀਰ ਸਰ ਬੁਲੰਦ ਖਾਨ ਤੇ ਉਸ ਦੇ ਕਾਜ਼ੀ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਦੇ ਨੇ ਕਿ ਗੁਰੂ ਨੂੰ ਦਰਬਾਰ ਦੇ ਵਿੱਚ ਬੇਇੱਜ਼ਤ ਕੀਤਾ ਜਾਵੇ। ਗੁਰੂ ਨੂੰ ਇੰਨਾ ਜ਼ਿਆਦਾ ਬੇਇੱਜ਼ਤ ਕੀਤਾ ਜਾਵੇ ਕਿ ਬਾਦਸ਼ਾਹ ਗੁਰੂ ਦੀ ਇੱਜ਼ਤ ਨਾ ਕਰੇ। ਉਹ ਬਾਦਸ਼ਾਹ ਨੂੰ ਆ ਕੇ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਤੁਸੀਂ ਸਿੱਖਾਂ ਦੇ ਗੁਰੂ ਨੂੰ ਆਪਣਾ ਧਾਰਮਿਕ ਰਹਿਬਰ ਜਾਣ ਕੇ ਸਤਿਕਾਰ ਕੀਤਾ ਹੈ, ਪਰ ਅਸੀਂ ਗੁਰੂ ਦੇ ਕੋਲੋਂ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ। ਜੇ ਤਾਂ ਗੁਰੂ ਸਾਡੇ ਸਵਾਲਾਂ ਦੇ ਜਵਾਬ ਦੇ ਦੇਵੇ, ਅਸੀਂ ਪ੍ਰਵਾਨ ਕਰਾਂਗੇ ਕਿ ਗੁਰੂ ਦੀ ਧਾਰਮਿਕ ਸੱਤਾ, ਧਾਰਮਿਕ ਬਲ, ਆਤਮਿਕ ਗਿਆਨ ਬਹੁਤ ਉੱਚਾ ਹੈ,
ਪਰ ਜੇਕਰ ਗੁਰੂ ਸਾਡੇ ਸਵਾਲਾਂ ਦਾ ਜਵਾਬ ਨਾ ਦੇ ਸਕਿਆ, ਇਸ ਦਾ ਮਤਲਬ ਕਿ ਤੁਸੀਂ ਗਲਤ ਧਾਰਮਿਕ ਰਹਿਬਰ ਦੀ ਚੋਣ ਕੀਤੀ ਹੈ। ਬਾਦਸ਼ਾਹ ਨੇ ਸਵੀਕਾਰ ਕੀਤਾ ਇਸ ਗੱਲ ਨੂੰ। ਅਗਲੇ ਦਿਨ ਦਰਬਾਰ ਲੱਗਾ, ਕਾਜ਼ੀ ਵੀ ਆਇਆ, ਬਾਦਸ਼ਾਹ ਦਾ ਵਜ਼ੀਰ ਸਰਬੁਲੰਦ ਖਾਨ ਵੀ ਆਇਆ, ਤੇ ਗੁਰੂ ਸਾਹਿਬ ਨੂੰ ਇੱਕ ਸਵਾਲ ਕੀਤਾ। ਸਵਾਲ ਬੜਾ ਛੋਟਾ ਜਿਹਾ, ਉਹਦਾ ਜਵਾਬ ਦੇਣਾ ਬਹੁਤ ਔਖਾ ਹੈ। ਸਵਾਲ ਇਹ ਕੀਤਾ, ਮਜ਼ਹਬ ਤੁਮਾਰਾ ਖੂਬ ਜਾਂ ਮਜ਼ਹਬ ਹਮਾਰਾ ਖੂਬ? ਤੁਹਾਡਾ ਧਰਮ ਚੰਗਾ ਹੈ ਕਿ ਸਾਡਾ ਧਰਮ ਚੰਗਾ? ਹੁਣ ਜੇ ਗੁਰੂ ਸਾਹਿਬ ਕਹਿੰਦੇ ਨੇ ਕਿ ਧਰਮ ਮੇਰਾ ਚੰਗਾ ਹੈ, ਤੇ ਫਿਰ ਉਹ ਕਹਿਣਗੇ ਕਿ ਬਾਦਸ਼ਾਹ ਸਲਾਮਤ, ਇਹਨਾਂ ਨੇ ਸਾਡੇ ਦੀਨ ਇਸਲਾਮ ਨੂੰ ਬੇਇੱਜ਼ਤ ਕੀਤਾ ਹੈ, ਸਾਡਾ ਧਰਮ ਜਿਹੜਾ ਉਹ ਮਾੜਾ ਹੈ, ਇਹ ਆਪਣੇ ਧਰਮ ਨੂੰ ਚੰਗਾ ਕਹਿ ਰਹੇ ਨੇ। ਜੇ ਗੁਰੂ ਸਾਹਿਬ ਕਹਿੰਦੇ ਨੇ ਕਿ ਧਰਮ ਤੁਹਾਡਾ ਚੰਗਾ ਹੈ, ਫਿਰ ਅਸੀਂ ਅਗਲੀ ਗੱਲ ਰੱਖਾਂਗੇ ਕਿ ਜੇਕਰ ਸਾਡਾ ਧਰਮ ਚੰਗਾ ਹੈ ਤੇ ਫਿਰ ਤੁਸੀਂ ਆਪਣੇ ਧਰਮ ਨੂੰ ਛੱਡ ਕੇ ਸਾਡੇ ਧਰਮ ਨੂੰ ਪ੍ਰਵਾਨ ਕਿਉਂ ਨਹੀਂ ਕਰਦੇ? ਫਿਰ ਸਾਡੇ ਧਰਮ 'ਚ ਆ ਜਾਓ। ਕਿ ਗੁਰੂ ਸਾਹਿਬ ਦੇ ਕੋਲ ਜਿਹੜੇ ਦੋਵੇਂ ਜਵਾਬ ਹੋਣਗੇ, ਦੋਵਾਂ ਹੀ ਪੱਖਾਂ ਦੇ ਵਿੱਚ ਗੁਰੂ ਸਾਹਿਬ ਦੀ ਹੇਠੀ ਜਿਹੜੀ ਹੈ ਉਹ ਕਰਵਾਈ ਜਾ ਸਕਦੀ ਹੈ। ਪਾਤਸ਼ਾਹ ਦਾ ਜਵਾਬ ਬੜਾ ਪਿਆਰਾ ਹੈ। ਪਾਤਸ਼ਾਹ ਕਹਿੰਦੇ ਨੇ, ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਤੁਹਾਡੇ ਵਾਸਤੇ ਤੁਹਾਡਾ ਧਰਮ ਚੰਗਾ ਹੈ, ਬੇਸ਼ੱਕ ਇਸ ਧਰਮ ਦੇ ਨਿਯਮ ਦਾ ਪਾਲਣ ਕਰੋ, ਤੇ ਮੇਰੇ ਵਾਸਤੇ ਮੇਰਾ ਧਰਮ ਚੰਗਾ ਹੈ। ਪਿੱਛੇ ਜੇ ਸ਼ਾਇਦ ਤੁਸੀਂ, ਮੇਰੇ ਖਿਆਲ ਨਾਲ ਇਸ ਗੱਲ ਨੂੰ ਡੰਕਨ ਗ੍ਰੀਨਲੀਜ਼ ਨੇ ਵੀ ਲਿਖਿਆ ਸੀ, ਦਾ ਗੋਸਪਲ ਆਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵੀ ਚਾਹੇ ਇਜ਼ਰਾਈਲ ਦੀ ਪੈਲੇਸਟਾਈਨ ਦੀ ਜੰਗ ਵੇਖ ਲਓ, ਰਸ਼ੀਆ ਯੂਕਰੇਨ ਦੀ ਜੰਗ ਵੇਖ ਲਓ, ਜਾਂ ਕੁਝ ਜੀਓਪੋਲੀਟੀਕਲਸ ਕਾਰਨ ਕਰਕੇ ਜਿਸ ਤਰ੍ਹਾਂ ਅਮਰੀਕਾ ਨੇ ਅਰੈਬਿਕ ਰੀਜਨ ਦੇ ਵਿੱਚ ਕੀਤਾ ਹੈ, ਸਾਰੀਆਂ ਜੰਗਾਂ ਨੂੰ ਵੇਖ ਲਓ ਨਾ, ਤੇ ਉਹ ਕਹਿੰਦਾ ਹੈ ਕਿ ਦੁਨੀਆ ਨੂੰ ਜੇਕਰ ਅਗਲੀ 3rd ਵਰਲਡ ਵਾਰ ਤੋਂ ਬਚਾਉਣਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਅਸੂਲ ਧਾਰਨ ਕਰਨਾ ਪਵੇਗਾ ਲੋਕਾਂ ਨੂੰ ਕਿ ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਸਾਰੀ ਜੰਗ ਦਾ ਆਧਾਰ ਹੀ ਇਹੀ ਹੈ ਕਿ ਬੰਦਾ ਕਹਿੰਦਾ ਕਿ ਮੈਂ ਚੰਗਾ ਹੈ, ਦੂਸਰਾ ਬੁਰਾ ਹੈ। ਪਰ ਇੱਕ ਸਾਡੇ ਕੋਲ ਵਿਚਾਰਤਕ ਪੱਖ ਹੈ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਹੋਏ। ਜੇਕਰ ਇਸ ਸੰਕਲਪ ਨੂੰ ਗ੍ਰਹਿਣ ਕੀਤਾ ਜਾਵੇ ਤਾਂ ਛੋਟੇ ਪੱਧਰ ਤੋਂ ਲੈ ਕੇ ਵੱਡੀਆਂ ਜੰਗਾਂ ਜਿਹੜੀਆਂ ਨੇ ਉਸ ਨੂੰ ਰੋਕਿਆ ਜਾ ਸਕਦਾ ਹੈ। ਹੁਣ ਗੁਰੂ ਪਾਤਸ਼ਾਹ ਦਾ ਜਵਾਬ ਹੈ, ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਹੁਣ ਉਹਨਾਂ ਨੇ ਅਗਲਾ ਸਵਾਲ ਕੀਤਾ ਹੈ, ਇਹਨੂੰ ਸਮਝਣ ਦਾ ਯਤਨ ਕਰੀਏ। ਇਹਦੇ ਵਿੱਚੋਂ ਫਿਰ ਸਾਨੂੰ ਆਪਣੀ ਰਾਜ ਸੱਤਾ ਨੂੰ, ਸਿੱਖ ਸਟੇਟਹੁੱਡ ਨੂੰ, ਸਿੱਖ ਹੋਮਲੈਂਡ ਨੂੰ, ਉਹਨੂੰ ਸਮਝਣ ਦਾ ਯਤਨ ਕਰੇਗਾ ਕਿ ਸਾਡਾ ਖਾਲਸਾ ਰਾਜ ਕਿਵੇਂ ਦਾ। ਉਹਦਾ ਅਗਲਾ ਸਵਾਲ ਹੈ ਕਿ ਕਰਾਮਾਤ ਕੀ ਹੈ? ਕਰਾਮਾਤ ਵੈਸੇ ਕੀ ਹੈ? ਕਰਾਮਾਤ ਸ਼ਬਦ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਵੀ ਆਇਆ ਹੈ। ਕਰਾਮਤ ਸ਼ਬਦ ਹੀਬਰੂ ਦੀ ਬਾਈਬਲ ਦੇ ਵਿੱਚ ਵੀ ਆਇਆ ਹੈ। ਤੇ ਕਰਾਮਾਤ ਦਾ ਅਰਥ ਜਿਹੜਾ ਹੈ, ਕਿਉਂਕਿ ਬੇਸਿਕਲੀ ਸ਼ਬਦ ਸਮੈਟਿਕ ਰਿਲੀਜ਼ਨ ਦੇ ਵਿੱਚੋਂ ਇਹਦਾ ਅਰਥ ਹੈ ਕਿ ਜਿਸ ਦੇ ਪਿੱਛੇ ਕੀ ਹੈ, ਬਿਹਾਈਂਡ ਦਾ ਸੀਨ ਤੁਸੀਂ ਨਹੀਂ ਜਾਣਦੇ, ਪਰ ਤੁਹਾਡੇ ਸਾਹਮਣੇ ਕੀ ਵਾਪਰ ਰਿਹਾ। ਇਸੇ ਕਰਕੇ ਬਲੈਕ ਮੈਜਿਕ ਨੂੰ ਵੀ ਕਰਾਮਾਤ ਕਿਹਾ ਜਾਂਦਾ ਹੈ ਕਿ ਇੱਕ ਜਾਦੂਗਰ ਚਾਹੇ ਤੇ ਆਪਣੀ ਟੋਪੀ ਦੇ ਵਿੱਚੋਂ ਪੈਸੇ ਕੱਢ ਕੇ ਵਿਖਾ ਦੇਵੇ, ਇੱਕ ਜਾਦੂਗਰ ਚਾਹੇ ਤੇ ਕਿਸੇ ਨੂੰ ਕਤਲ ਕਰਕੇ ਵਿਖਾ ਦੇਵੇ। ਉਹਦੇ ਪਿੱਛੇ ਜਿਹੜੀ ਸਾਇੰਸ ਹੈ ਅਸੀਂ ਉਸ ਨੂੰ ਨਹੀਂ ਸਮਝ ਰਹੇ ਹੁੰਦੇ, ਅਸੀਂ ਸਾਹਮਣੇ ਕੀ ਵਾਪਰ ਰਿਹਾ ਉਸ ਨੂੰ ਵੇਖ ਰਹੇ ਹੁੰਦੇ, ਉਸ ਨੂੰ ਕਰਾਮਾਤ ਕਿਹਾ ਜਾਂਦਾ ਹੈ। ਹੁਣ ਕਰਾਮਾਤ ਦੀ ਪੂਰਨਤਾ ਕੀ ਹੈ, ਇਸ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਵਾਲ ਕੀਤਾ ਗਿਆ ਕਿ ਕਰਾਮਾਤ ਕੀ ਹੈ ਗੁਰੂ ਸਾਹਿਬ ਨੂੰ। ਕਰਾਮਾਤ ਦੀ ਪੂਰਨਤਾ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਦੇ ਬਾਰੇ ਲਿਖੀ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ। ਗੁਰੂ ਰਾਮਦਾਸ ਪਾਤਸ਼ਾਹ ਦਾ ਜੀਵਨ ਕਰਾਮਾਤ ਦੀ ਪੂਰਨਤਾ ਹੈ, ਇਹਦੇ ਤੋਂ ਵੱਡੀ ਪੂਰਨਤਾ ਕੋਈ ਨਹੀਂ ਹੋ ਸਕਦੀ। ਉਹ ਕਿਵੇਂ ਹੈ? ਉਹ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਕੋਈ ਰੋਟੀ ਦੇਣ ਨੂੰ ਤਿਆਰ ਨਹੀਂ, ਕਿਉਂਕਿ 5 ਤੋਂ 6 ਸਾਲ ਦੀ ਆਯੂ ਦੇ ਵਿੱਚ ਮਾਤਾ ਦੀ ਵੀ ਮੌਤ ਹੋ ਚੁੱਕੀ, ਪਿਤਾ ਦੀ ਵੀ ਮੌਤ ਹੋ ਚੁੱਕੀ ਹੈ, ਅੱਜ ਉਹਨਾਂ ਦੇ ਦਰ ਤੋਂ ਸਾਰੀ ਦੁਨੀਆ ਜਿਹੜੀ ਹੈ ਉਹ ਰੋਟੀ ਖਾ ਰਹੀ ਹੈ। ਇਹ ਕਰਾਮਾਤ ਦੀ ਪੂਰਨਤਾ ਹੈ। ਉਹ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦੇ ਬਾਪ ਦੀ ਮੌਤ ਤੋਂ ਬਾਅਦ ਜਿੰਨਾ ਵੀ ਉਹਨਾਂ ਦਾ ਕਾਰੋਬਾਰ ਦਾ ਪੈਸਾ ਸੀ ਉਹ ਲੋਕਾਂ ਨੇ ਵਾਪਸ ਨਹੀਂ ਕੀਤਾ, ਇੰਨੀ ਗਰੀਬੀ ਦੀ ਅਵਸਥਾ 'ਚ ਆ ਰਹੇ, ਅੱਜ ਹਰ ਵਿਅਕਤੀ ਜਾ ਕੇ ਉਸ ਦਰ ਤੋਂ ਦਾਤ ਮੰਗਦਾ ਹੈ। ਕਰਾਮਾਤ ਦੀ ਪੂਰਨਤਾ ਹੈ। ਸੋ ਇਸ ਨੂੰ ਲਿਖਿਆ ਗਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ। ਕਰਾਮਾਤ ਕੀ ਹੈ ਕਿ ਇੱਕ ਐਸੀ ਸ਼ਕਤੀ, ਇੱਕ ਐਸਾ ਵਰਤਾਰਾ ਕਿ ਜੋ ਤੁਸੀਂ ਨਹੀਂ ਹੋ ਉਸ ਰੂਪ 'ਚ ਪ੍ਰਗਟ ਕਰ ਦਿੱਤਾ ਜਾਵੇ।
ਹੁਣ ਕਾਜ਼ੀ ਦਾ ਸਵਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਰਾਮਾਤ ਕੀ ਹੈ, ਇਹ ਤਿੰਨੇ ਕਰਾਮਾਤਾਂ ਨੂੰ ਅਸੀਂ ਸਮਝਣਾ ਹੈ ਜਿਹੜੇ ਗੁਰੂ ਪਾਤਸ਼ਾਹ ਨੇ ਜਵਾਬ ਦਿੱਤੇ। ਗੁਰੂ ਪਾਤਸ਼ਾਹ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਸੋਨੇ ਦੀ ਮੋਹਰ ਨੂੰ ਕੱਢਿਆ ਤੇ ਜ਼ਮੀਨ ਦੇ ਉੱਪਰ ਸੁੱਟ ਕੇ ਕਹਿੰਦੇ ਨੇ ਇਹ ਕਰਾਮਾਤ ਹੈ, ਪੈਸਾ ਕਰਾਮਾਤ ਹੈ। ਨਿਰਸੰਦੇਹ ਕੋਈ ਸ਼ੱਕ ਨਹੀਂ, ਪੈਸਾ ਕਰਾਮਾਤ ਹੈ। ਕਾਜ਼ੀ ਕਹਿੰਦਾ ਕਿਸ ਤਰ੍ਹਾਂ? ਕਹਿੰਦੇ ਪੈਸਾ ਇਸ ਤਰ੍ਹਾਂ ਕਰਾਮਾਤ ਹੈ ਕਿ ਪੈਸੇ ਦੇ ਨਾਲ ਜਿੰਨੀਆਂ ਵੀ ਕਰਾਮਾਤ ਦੇ ਪ੍ਰਤੱਖ ਵਰਤਾਰੇ ਨੇ, ਜੋ ਵੀ ਤੁਸੀਂ ਚਾਹੁੰਦੇ ਹੋ ਖਰੀਦਿਆ ਜਾ ਸਕਦਾ ਹੈ। ਇੱਕ ਗਰੀਬ ਦੇ ਕੋਲ ਪੈਸਾ ਆ ਜਾਵੇ, ਉਹ ਚੰਗੀ ਕਾਰ ਲੈ ਲਵੇ ਸਾਈਕਲ ਤੋਂ, ਕਰਾਮਾਤ ਹੀ ਹੈ ਨਾ। ਉਸ ਕਰਾਮਾਤ ਦਾ ਕਾਰਨ ਪਿੱਛੇ ਕੀ ਹੈ? ਪੈਸਾ। ਸੋ ਕਹਿੰਦੇ ਕਿ ਪੈਸਾ ਵੀ ਕਰਾਮਾਤ ਹੈ, ਬਸ਼ਰਤੇ ਕਿ ਉਸ ਨੂੰ ਵਰਤਣਾ ਕਿਵੇਂ। ਅਹਿਮੀਅਤ ਇਹ ਰੱਖਦਾ ਹੈ। ਪੈਸਾ ਆ ਜਾਣਾ ਅਹਿਮੀਅਤ ਨਹੀਂ ਹੈ, ਪੈਸੇ ਨੂੰ ਵਰਤਣਾ ਕਿਵੇਂ ਅਹਿਮੀਅਤ ਇਹ ਹੈ। ਨਪੋਲੀਅਨ ਦੇ ਜੀਵਨ ਦੇ ਵਿੱਚੋਂ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ। ਵੈਸੇ ਮੈਂ ਨਪੋਲੀਅਨ ਦੇ ਇਤਿਹਾਸ ਨੂੰ ਜਿੰਨਾ ਪੜ੍ਹਿਆ, ਉਸ ਦੇ ਲਿਖੇ ਇਤਿਹਾਸ ਦੇ ਵਿੱਚ ਇਸ ਘਟਨਾਕ੍ਰਮ ਦਾ ਜ਼ਿਕਰ ਸਾਨੂੰ ਨਹੀਂ ਮਿਲਦਾ, ਪਰ ਜਿਹੜੀ ਇਜਿਪਟ ਦੀ, ਜਿਹੜੀ ਮਿਸਰ ਦੀ ਸੀਨਾ ਬਸੀਨਾ ਪਰੰਪਰਾ ਹੈ, ਉਹਦੇ ਵਿੱਚ ਇਸ ਦਾ ਜ਼ਿਕਰ ਮਿਲਦਾ। ਜਦੋਂ ਨਪੋਲੀਅਨ ਨੇ ਇਜਿਪਟ ਦੇ ਉੱਪਰ ਕਬਜ਼ਾ ਕੀਤਾ, ਇੱਕ ਸਟੇਟ ਦਾ ਗਵਰਨਰ ਸੀ ਸੈਯਦ ਕਰੀਮ ਮੁਹੰਮਦ। ਸੈਯਦ ਕਰੀਮ ਮੁਹੰਮਦ ਇੱਕ ਚੰਗਾ ਗਵਰਨਰ ਸੀ, ਇੱਕ ਚੰਗਾ ਜਰਨੈਲ ਵੀ ਸੀ, ਇੱਕ ਚੰਗਾ ਵਾਰੀਅਰ ਵੀ ਸੀ, ਪਰ ਕਿਤੇ ਨਾ ਕਿਤੇ ਉਸ ਦਾ ਇੱਕ ਮਨਸ਼ਾ ਸੀ ਕਿ ਜਿਹੜੀ ਮਾਇਆ ਹੈ, ਪੈਸੇ ਦੇ ਉੱਪਰ ਅਧਿਕਾਰ ਮੇਰਾ ਚਾਹੀਦਾ। ਮੈਦਾਨੇ ਜੰਗ ਦੇ ਵਿੱਚ ਨਪੋਲੀਅਨ ਦੇ ਕੋਲੋਂ ਹਾਰ ਗਿਆ। ਨਪੋਲੀਅਨ ਉਸ ਨੂੰ ਮਾਰਨਾ ਨਹੀਂ ਚਾਹੁੰਦਾ, ਭਾਵੇਂ ਕਿ ਬਾਅਦ ਚ ਮਾਰ ਦਿੱਤਾ, ਮਾਰਨਾ ਨਹੀਂ ਚਾਹੁੰਦਾ, ਉਹਨੂੰ ਜ਼ਿੰਦਗੀ ਜੀਣ ਦਾ ਇੱਕ ਮੌਕਾ ਦੇਣਾ ਚਾਹੁੰਦਾ ਹੈ ਤੇ ਨਾਲੇ ਉਸ ਨੂੰ ਇੱਕ ਸਬਕ ਦੇਣਾ ਚਾਹੁੰਦਾ ਹੈ ਕਿ ਕੇਵਲ ਮਾਇਆ ਦੇ ਨਾਲ ਰਾਜ ਸੱਤਾ ਨੂੰ ਸਥਾਪਿਤ ਨਹੀਂ ਰੱਖਿਆ ਜਾ ਸਕਦਾ। ਨਪੋਲੀਅਨ ਆਪਣੇ ਦਰਬਾਰ ਦੇ ਵਿੱਚ ਬੁਲਾ ਕੇ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ 2 ਦਿਨਾਂ ਦੀ ਮੋਹਲਤ ਦਿੰਦਾ, ਜਿਸ ਇਲਾਕੇ ਦੇ ਵਿੱਚ ਤੂੰ ਰਾਜ ਕੀਤਾ ਹੈ, ਤੂੰ ਉਸ ਇਲਾਕੇ ਦੇ ਵਿੱਚੋਂ 10,000 ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਕੇ ਜੇਕਰ ਮੈਨੂੰ ਦੇ ਦੇਵੇਂ ਤੇ ਮੈਂ ਤੇਰਾ ਰਾਜ ਵਾਪਸ ਦੇ ਦਿੰਦਾ, ਤੇਰੀ ਜਾਨ ਵੀ ਬਖਸ਼ ਦਿੰਦਾ। ਕਰੀਮ ਮੁਹੰਮਦ ਆਪਣੇ ਸ਼ਹਿਰ ਦੇ ਵਿੱਚ ਗਿਆ, ਵਪਾਰੀਆਂ ਦੇ ਕੋਲ ਗਿਆ। ਹੁਣ ਜਿਹੜੀ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ, ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਜੇ ਤੇ ਕਿਤੇ ਸਿੱਖ ਵਿਚਾਰਧਾਰਾ ਦਾ ਰਾਜ ਹੋਵੇ ਤਾਂ ਸਿੱਖ ਸਰਬੱਤ ਦੇ ਭਲੇ ਦੀ ਗੱਲ ਕਰਦਾ, ਕਿਸੇ ਨੂੰ ਦੇਣ ਦੇ ਵਿੱਚ ਮਾਣ ਮਹਿਸੂਸ ਕਰਦਾ ਹੈ, ਕਿਸੇ ਨੂੰ ਖੋਹਣ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਦਾ। ਪਰ ਕਰੀਮ ਮੁਹੰਮਦ ਐਵੇਂ ਦਾ ਨਹੀਂ ਸੀ। ਹੁਣ ਉਹ ਜਦੋਂ ਲੋਕਾਂ ਦੇ ਕੋਲੋਂ, ਵਪਾਰੀਆਂ ਦੇ ਕੋਲ ਪੈਸਾ ਲੈਣ ਵਾਸਤੇ ਗਿਆ, ਕਿਸੇ ਨੇ ਪੈਸਾ ਨਹੀਂ ਦਿੱਤਾ। ਉਹਨਾਂ ਕਿਹਾ ਨਹੀਂ, ਤੂੰ ਤਾਂ ਪੈਸੇ ਵਾਸਤੇ ਤਾਂ ਸਭ ਕੁਝ ਕੀਤਾ, ਹੁਣ ਤੇਰੀ ਜਾਨ ਬਚਾਉਣ ਦੇ ਵਾਸਤੇ ਅਸੀਂ ਪੈਸਾ ਕਿਉਂ ਦਈਏ। ਹਰ ਇੱਕ ਦੇ ਕੋਲ ਗਿਆ, ਕੁਝ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਤੂੰ ਲੜਦਾ ਨਾ ਤੇ ਸ਼ਾਇਦ ਸਾਡੇ ਇਹ ਹਾਲਾਤ ਹੀ ਨਾ ਹੁੰਦੇ। ਕਿਸੇ ਨੇ ਪੈਸਾ ਨਹੀਂ ਦਿੱਤਾ। ਅਖੀਰ ਨਪੋਲੀਅਨ ਨੇ ਸੈਯਦ ਕਰੀਮ ਮੁਹੰਮਦ ਨੂੰ ਕਤਲ ਕਰ ਦਿੱਤਾ। ਹੁਣ ਇਸ ਕਾਰਨ ਨੂੰ ਸਮਝੀਏ, ਰਾਜ ਸੱਤਾ ਤਾਂ ਸੀ, ਪਰ ਪੈਸੇ ਦੀ ਵਰਤੋਂ ਸੁਚੱਜੇ ਢੰਗ ਨਾਲ ਨਹੀਂ ਕੀਤੀ ਕਿ ਪੈਸਾ ਆਪਣੀ ਕਰਾਮਾਤ ਵਿਖਾ ਸਕਦਾ। ਕਰਾਮਾਤ ਪੈਸੇ ਦੀ ਤਾਂ ਇਹੀ ਹੋ ਜਾਣੀ ਸੀ ਨਾ, ਕੋਈ ਦੀ ਜਾਨ ਬਚ ਜਾਂਦੀ। ਪੈਸਾ ਸੀ, ਵਰਤੋਂ ਠੀਕ ਨਹੀਂ ਸੀ। ਅੱਜ ਵੀ ਸਾਡੇ 'ਚ ਬਹੁਤ ਲੋਕ ਐਸੇ ਨੇ, ਪੈਸਾ ਹੈ, ਵਰਤੋਂ ਠੀਕ ਨਹੀਂ ਹੈ। ਪੈਸਾ ਹੈ, ਕਮਾਉਣ ਦੇ ਢੰਗ ਠੀਕ ਨਹੀਂ ਹੈ। ਢੰਗਾਂ ਦੇ ਨਾਲ ਪੈਸਾ ਕਮਾ ਲਿਆ, ਅੱਗੋਂ ਦੇਣ ਦਾ ਹੌਸਲਾ ਨਹੀਂ ਹੈ। ਬਹੁਤ ਕੁਝ ਸਾਡੇ 'ਚ ਇਸੇ ਤਰ੍ਹਾਂ ਹੋ ਰਿਹਾ। ਸੋ ਕਾਜ਼ੀ ਕਹਿੰਦਾ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਨਹੀਂ, ਮੈਂ ਇਸ ਗੱਲ ਤੋਂ ਪ੍ਰਭਾਵਿਤ ਨਹੀਂ ਹਾਂ, ਇਹਦੇ ਤੋਂ ਵੱਡੀ ਕਰਾਮਾਤ ਕੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਤੇ ਬੈਠੇ ਬਹਾਦਰ ਸ਼ਾਹ ਵਾਲਾ ਇਸ਼ਾਰਾ ਕਰਕੇ ਕਹਿੰਦੇ ਨੇ, ਫਿਰ ਇਹਦੇ ਤੋਂ ਵੱਡੀ ਕਰਾਮਾਤ ਰਾਜ ਹੈ। ਰਾਜੇ ਦੇ ਕੋਲ ਇਹ ਤਾਕਤ ਹੈ, ਜੇ ਚਾਹਵੇ ਤੇ ਤੁਹਾਡਾ ਸਾਰਾ ਪੈਸਾ ਲੈ ਸਕਦਾ। ਇਸ ਤੋਂ ਵੱਡੀ ਕਰਾਮਾਤ ਇਹ ਹੈ। ਇਸੇ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਦੇ ਬਾਰੇ ਇੱਕ ਸ਼ਬਦ ਵਰਤਿਆ ਹੈ। ਉਹ ਕਹਿੰਦੇ ਕਮਾਲੇ ਕਰਾਮਾਤ, ਫਿਰ ਕਰਾਮਾਤ ਸ਼ਬਦ ਆ ਗਿਆ। ਕਮਾਲੇ ਕਰਾਮਾਤ ਕਾਇਮ ਕਰੀਮ ਖੁਦਾਵੰਦ ਮੁਲਕਸਤ ਸਾਹਿਬ ਅਮੀਰ। ਉਹ ਕਹਿੰਦੇ ਨੇ ਕਿ ਔਰੰਗਜ਼ੇਬ ਰਾਜ ਸੱਤਾ ਦਾ ਹੋਣਾ ਵੀ ਇੱਕ ਕਰਾਮਾਤ ਹੈ। ਖੁਦਾਵੰਦ ਮੁਲਕ ਅਸਤ, ਦੇਸ਼ ਦੇ ਪੈਸੇ ਦੇ ਉੱਪਰ ਕਾਬਜ਼ ਹੋਣਾ ਵੀ ਇੱਕ ਕਰਾਮਾਤ ਹੈ। ਸਾਹਿਬ ਅਮੀਰ, ਬਾਦਸ਼ਾਹ ਹੋਣਾ ਵੀ ਇੱਕ ਕਰਾਮਾਤ ਹੈ।
ਪਰ ਬਾਦਸ਼ਾਹ ਨੂੰ ਇਹ ਪਤਾ ਹੋਵੇ ਕਿ ਉਸਨੇ ਤਾਕਤ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਜਿਹੜਾ ਪੱਖ ਹੈ ਕਿ ਰਾਜਾ ਵੀ ਕਰਾਮਾਤ ਦਾ ਇੱਕ ਰੂਪ ਹੈ, ਇਸ ਨੂੰ ਅਸੀਂ ਅਗਲੇ ਹਿੱਸੇ 'ਚ ਸਾਂਝਾ ਕਰਾਂਗੇ। ਪਰ ਫਿਰ ਵੀ ਉਹ ਕਾਜ਼ੀ ਕਹਿੰਦਾ ਹੈ ਕਿ ਬਾਦਸ਼ਾਹ ਨਹੀਂ। ਮੈਂ ਅਜੇ ਵੀ ਸੈਟੀਸਫਾਈਡ ਨਹੀਂ ਹੋਇਆ ਜਵਾਬ ਤੋਂ। ਪਾਤਸ਼ਾਹ ਮੈਂ ਤੁਹਾਡੇ ਜਵਾਬ ਤੋਂ ਸੰਤੁਸ਼ਟ ਨਹੀਂ ਹਾਂ। ਰਾਜੇ ਤੋਂ ਵੱਡੀ ਕਰਾਮਾਤ ਕਿਹੜੀ ਹੈ? ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮਿਆਨ ਦੇ ਵਿੱਚੋਂ ਸ਼ਮਸ਼ੀਰ ਨੂੰ ਕੱਢਦੇ ਨੇ, ਕਿਰਪਾਨ ਨੂੰ ਕੱਢਦੇ ਨੇ ਤੇ ਕਹਿੰਦੇ ਫਿਰ ਸਭ ਤੋਂ ਵੱਡੀ ਕਰਾਮਾਤ ਇਹ ਹੈ, ਜਿਸ ਦੇ ਕੋਲ ਇਹ ਤਾਕਤ ਹੈ ਉਹ ਚਾਹੇ ਤੇ ਰਾਜੇ ਨੂੰ ਵੀ ਝੁਕਾ ਸਕਦੀ ਹੈ, ਕਿਉਂਕਿ ਰਾਜੇ ਕੋਲ ਪੈਸੇ ਦੀ ਤਾਕਤ ਹੈ। ਫਿਰ ਸਭ ਤੋਂ ਵੱਡੀ ਕਰਾਮਾਤ ਇਹ ਹੈ, ਇਹ ਸਭ ਤੋਂ ਵੱਡੀ ਕਰਾਮਾਤ ਹੈ। ਇਤਿਹਾਸ ਨੂੰ ਅਸੀਂ ਵੇਖਣ ਦਾ ਯਤਨ ਕਰੀਏ। ਤਲਵਾਰ, ਹਥਿਆਰ, ਸ਼ਸਤਰ ਹਰ ਇੱਕ ਦੇ ਕੋਲ ਹੋ ਸਕਦਾ ਹੈ, ਪਰ ਇਹਦੀ ਵਰਤੋਂ ਕਿਵੇਂ ਕੀਤੀ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਨੇ ਬਹੁਤ ਪਿਆਰਾ ਇੱਕ ਪ੍ਰਮਾਣ ਸਾਡੇ ਸਾਹਮਣੇ ਰੱਖਿਆ ਹੈ। ਉਹ ਕਹਿੰਦੇ ਖੇਤ ਵਾੜ ਜਿਉਂ ਢਿੰਗਰੀ ਕਿੱਕਰ ਆਸ ਪਾਸ ਜਿਉਂ ਬਾਗੇ ਸੱਪ ਪਲੀਤੇ ਚੰਨਣੇ ਬੂਹੇ ਜੰਦਾ ਕੁੱਤਾ ਜਾਗੇ। ਉਹ ਕਹਿੰਦੇ ਕਿ ਜਿਹੜੀ ਤਲਵਾਰ ਦੀ ਵਰਤੋਂ ਹੈ ਇਹ ਕਿਸੇ ਨਾ ਕਿਸੇ ਨੂੰ ਬਚਾਉਣ ਦੇ ਵਾਸਤੇ, ਮਜ਼ਲੂਮ ਦੀ ਰੱਖਿਆ ਦੇ ਵਾਸਤੇ ਚਾਹੀਦੀ ਹੈ, ਨਾ ਕਿ ਜ਼ੁਲਮ ਦੇ ਵਾਸਤੇ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨਾਨਕ ਮਤਾ ਸਾਹਿਬ ਤੋਂ ਵਾਪਸ ਆ ਰਹੇ ਨੇ ਤਾਂ ਉੱਥੇ ਇੱਕ ਉਦਾਸੀ ਮਤ ਦਾ ਬਹੁਤ ਹੀ ਮਸ਼ਹੂਰ ਇੱਕ ਫਕੀਰ ਬੈਠਾ ਸੀ। ਉਸ ਫਕੀਰ ਦਾ ਨਾਮ ਹੈ ਸਮਰੱਥ ਰਾਮਦਾਸ। ਇਸ ਫਕੀਰ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਮੁਲਾਕਾਤ ਦਾ ਜਿਹੜਾ ਜ਼ਿਕਰ ਹੈ ਨਾ, ਸਿੱਖ ਇਤਿਹਾਸਕਾਰਾਂ ਨੇ ਬਾਅਦ ਦੇ ਵਿੱਚ ਕੀਤਾ ਹੈ। ਸਭ ਤੋਂ ਪਹਿਲਾਂ ਇਸ ਦਾ ਜ਼ਿਕਰ ਮਰਾਠੀ ਦੇ ਇਤਿਹਾਸਕਾਰ ਹੋਏ ਨੇ ਹੇਮਤ ਸਵਾਮੀ, ਉਹਨਾਂ ਨੇ ਆਪਣੀ ਮਰਾਠੀ ਦੀ ਕਿਤਾਬ ਦੇ ਵਿੱਚ ਕੀਤਾ ਹੈ। ਕਿਤਾਬ ਦਾ ਨਾਮ ਹੈ ਪੱਖਰ ਸਵਾਮੀ ਰਾਮਦਾਸ। ਇਹ ਸਵਾਮੀ ਰਾਮਦਾਸ ਸ਼ਿਵਾਜੀ ਮਰਾਠੇ ਦਾ ਧਾਰਮਿਕ ਗੁਰੂ ਸੀ। ਹੁਣ ਜਦੋਂ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਨੂੰ ਸੁਣਿਆ ਤੇ ਉਸਦੇ ਚੇਲੇ, ਉਸਦੇ ਮੁਰੀਦ ਆਖਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ 6ਵਾਂ ਵਾਰਿਸ ਆ ਰਿਹਾ। ਹੁਣ ਉਹਦੇ ਮਨ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਤਸੱਵਰ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਅਕਸ ਹੈ, ਉਹ ਰੂਹਾਨੀਅਤ ਦੇ ਰੂਪ ਦੇ ਵਿੱਚ ਹੈ। ਪਰ ਉਹ ਜਦੋਂ ਗੁਰੂ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦਾ ਹੈ, ਉਹਦੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਗੁਰੂ ਨਾਨਕ ਤਾਂ ਐਸਾ ਨਹੀਂ ਸੀ, ਇਹ ਤਾਂ ਵੱਖਰਾ ਹੀ ਠਾਠ ਬਾਠ ਹੈ। ਘੋੜੇ ਤੇ ਚੜੇ ਹੋਏ ਨੇ, 2 ਤਲਵਾਰਾਂ ਪਹਿਨੀਆਂ ਹੋਈਆਂ ਨੇ, ਹੱਥ ਤੇ ਬਾਜ ਹੈ, ਨਾਲ ਸਿੱਖ ਨੇ, ਸਾਰੇ ਸਿੱਖਾਂ ਦੇ ਕੋਲ ਸ਼ਸਤਰ ਨੇ। ਇਹ ਤਾਂ ਇੱਕ ਵੱਖਰੀ ਖੇਡ ਹੈ। ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 6ਵੇਂ ਵਾਰਿਸ ਕਿਵੇਂ ਹੋ ਸਕਦੇ ਨੇ? ਪਰ ਮਨ ਦੇ ਅੰਦਰ ਸ਼ੰਕਾ ਹੈ, ਸਵਾਲ ਨੇ ਜਨਮ ਲਿਆ ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਸਵਾਲ ਕੀਤਾ, ਗੁਰੂ ਨਾਨਕ ਨੇ ਸੰਸਾਰ त्यागा था, आपने संसार की प्राप्ति के चिन्ह धारण किए। गुरु नानक साहब ने ते त्याग किया सी इन्हां चीज़ां दा ते तुसीं उन्हां चीज़ां नूं धारण कीता है। गुरु साहब दा जवाब बड़ा प्यारा है। कहंदे गुरु नानक साहब ने संसार दा नहीं बल्कि संसार दे विच रहिंदिआं माया दा त्याग कीता सी। कहंदे पहिलां तां अपनी जानकारी दुरुस्त करो। गुरु नानक साहब ने संसार दा त्याग नहीं कीता बल्कि संसार दे विच रहिंदिआं माया दा त्याग कीता है। डिटैचमेंट की गल दसी है कि अंजन माहे निरंजन, इस मायक संसार दे विच रहिंदिआं भी, मायात दे विच रहिंदिआं भी तुसीं रूहानीयत ते रबानीयत दे नाल किवें जुड़ना है। फिर कहंदे तुहाडा अगला सवाल है कि मैं शस्त्र क्यों पहने ने, ते पातशाह दा जवाब है शस्त्रन जरमाने की भख्या गरीब की रशिया। ਇਹ ਸ਼ਸਤਰ ਕਿਸੇ ਨੂੰ ਡਰਾਉਣ ਦੇ ਵਾਸਤੇ ਨਹੀਂ ਪਹਿਨੇ, ਬਲਕਿ ਇਹ ਤਾਂ ਜਿਹੜੇ ਲੋਕ ਡਰੇ ਹੋਏ ਨੇ ਉਹਨਾਂ ਦੀ ਰੱਖਿਆ ਦੇ ਵਾਸਤੇ ਪਹਿਨੇ ਨੇ। ਸੋ ਹੈ ਸ਼ਸਤਰ ਤਾਂ ਉਹੀ ਹੈ। ਇੱਕ ਜ਼ਾਲਮ ਦੇ ਹੱਥ ਦੇ ਵਿੱਚ ਹੈ, ਜ਼ੁਲਮ ਕਰਦਾ ਹੈ, ਇੱਕ ਰਹਿਬਰ ਦੇ ਹੱਥ ਦੇ ਵਿੱਚ ਹੈ, ਉਹ ਜ਼ੁਲਮ ਤੋਂ ਬਚਾਉਂਦਾ ਹੈ। ਚੰਗੇਜ਼ ਖਾਨ, ਅੰਗਰੇਜ਼ੀ ਦੇ ਵਿੱਚ ਅਸੀਂ ਇਸ ਨੂੰ ਗੈਂਜਿਸ ਖਾਨ ਕਹਿੰਦੇ ਹਾਂ, ਉਹਦੇ ਇਤਿਹਾਸ ਨੂੰ ਥੋੜ੍ਹਾ ਜਿਹਾ ਕਿਤੇ ਪੜ੍ਹਨ ਦਾ, ਵਾਚਣ ਦਾ ਯਤਨ ਕਰੀਏ। ਜਦੋਂ ਉਸਨੇ ਬੁਖਾਰੇ ਤੇ ਕਬਜ਼ਾ ਕੀਤਾ ਤੇ ਉਸਨੇ ਇਹ ਵੇਖਿਆ ਕਿ ਬੁਖਾਰੇ ਦੇ ਲੋਕ ਜਿਹੜੇ ਨੇ ਉਹ ਲੜ ਵੀ ਸਕਦੇ ਨੇ, ਉਹਨਾਂ ਕੋਲ ਹਥਿਆਰ ਵੀ ਚੰਗੇ ਨੇ, ਉਹਨਾਂ ਦੇ ਕੋਲ ਇੱਕ ਕਲੈਕਟਿਵ ਕੌਨਸ਼ੀਅਸਨੈਸ ਵੀ ਹੈ ਧਰਮ ਪ੍ਰਤੀ ਲੜਨ ਦੀ। ਫਿਰ ਉਸਨੇ ਉੱਥੇ ਇੱਕ ਨੀਤੀ ਦੀ ਵਰਤੋਂ ਕੀਤੀ ਹੈ। ਉਸਨੇ ਆਪਣੇ ਇੱਕ ਮੈਸੇਂਜਰ ਨੂੰ, ਇੱਕ ਕਾਸਦ ਨੂੰ ਸ਼ਹਿਰ ਦੇ ਵਿੱਚ ਭੇਜਿਆ। ਉਸਨੇ ਕਿਹਾ ਕਿ ਜਿਹੜੇ ਲੋਕ ਮੇਰੇ ਨਾਲ ਨਹੀਂ ਲੜਨਗੇ ਮੈਂ ਉਹਨਾਂ ਦੀ ਜਾਨ ਬਖਸ਼ ਦੇਵਾਂਗਾ। ਲੋਕਾਂ ਦੇ ਵਿੱਚ ਆਪਸੀ ਤਫਰਕਾਤ ਪੈਦਾ ਹੋ ਗਏ, ਫੁੱਟ ਪੈ ਗਈ। ਕੁਝ ਲੋਕ ਕਹਿੰਦੇ ਨੇ ਕਿ
ਲੜਨਾ ਨਹੀਂ ਚਾਹੀਦਾ, ਜਾਨ ਬਚ ਸਕਦੀ ਹੈ। ਕੁਝ ਲੋਕ ਕਹਿੰਦੇ ਨੇ ਲੜਨਾ ਚਾਹੀਦਾ। ਜਿਹੜੇ ਲੋਕ ਸਾਰੇ ਹੀ ਲੜਨ ਦੇ ਵਾਸਤੇ ਤਿਆਰ ਸਨ, ਜਿਨ੍ਹਾਂ ਨੂੰ ਸਾਰਿਆਂ ਨੂੰ ਹਥਿਆਰ ਚਲਾਉਣੇ ਆਉਂਦੇ ਸੀ, ਤਲਵਾਰਬਾਜ਼ੀ ਆਉਂਦੀ ਸੀ, ਤੇਗ ਜਨ ਸਨ, ਉਹ ਸਾਰੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਨੇ। ਦੋ ਧੜੇ ਬਣ ਗਏ। ਇੱਕ ਧੜਾ ਕਹਿ ਰਿਹਾ ਹੈ ਲੜਨਾ ਚਾਹੀਦਾ ਹੈ, ਦੂਜਾ ਕਹਿੰਦਾ ਹੈ ਨਹੀਂ, ਮਾਫੀ ਮੰਗ ਕੇ ਜਾਨ ਬਚਾ ਲੈਣੀ ਚਾਹੀਦੀ ਹੈ। ਫਿਰ ਉਸ ਦਾ ਦੂਸਰਾ ਸੁਨੇਹਾ ਆਇਆ ਹੈ, ਕਹਿੰਦਾ ਹੈ ਕਿ ਜਿਹੜੇ ਮੇਰੇ ਵਾਸਤੇ ਲੜਨਗੇ ਨਾ, ਜਿਹੜੇ ਮੇਰੀ ਫੌਜ ਲਈ ਲੜਨਗੇ, ਮੈਂ ਉਹਨਾਂ ਨੂੰ ਇਨਾਮ ਵੀ ਦੇਵਾਂਗਾ ਤੇ ਰਾਜ ਸੱਤਾ ਵੀ ਦੇਵਾਂਗਾ। ਇਹ ਜਿਹੜਾ ਵਖਰੇਵਾਂ ਸੀ, ਜਿਹੜਾ ਕੌਨਫਲਿਕਟ ਸੀ, ਹੋਰ ਵੱਡਾ ਹੋਇਆ। ਹੁਣ ਹੋਇਆ ਕੀ? ਤਲਵਾਰ ਚਲਾਉਣੀ ਤਾਂ ਸਾਰੇ ਜਾਣਦੇ ਨੇ, ਪਰ ਆਪਣਿਆਂ ਦੇ ਉੱਪਰ ਹੀ ਤਲਵਾਰ ਚਲਾਉਣ ਦੇ ਵਾਸਤੇ ਤਿਆਰ ਹੋ ਗਏ, ਕਿਉਂਕਿ ਲਾਲਚ ਹੈ, ਮਾਇਆ। ਨਾ ਮਾਇਆ ਦੀ ਕਰਾਮਾਤ ਨੂੰ ਸਮਝ ਸਕੇ, ਨਾ ਤਲਵਾਰ ਦੀ ਕਰਾਮਾਤ ਨੂੰ ਸਮਝ ਸਕੇ। ਕੁਝ ਨੇ ਸੁਨੇਹਾ ਭੇਜ ਦਿੱਤਾ ਚੰਗੇਜ਼ ਖਾਨ ਨੂੰ, ਬਿਲਕੁਲ ਠੀਕ ਹੈ, ਅਸੀਂ ਤੇਰੇ ਵਾਸਤੇ ਤੇਰੀ ਫੌਜ ਦੇ ਨਾਲ, ਤੇਰੀ ਫੌਜ 'ਚ ਸ਼ਾਮਲ ਹੋ ਕੇ ਆਪਣਿਆਂ ਦੇ ਖਿਲਾਫ ਲੜਨ ਨੂੰ ਤਿਆਰ ਹਾਂ। ਸ਼ਾਮਲ ਵੀ ਹੋਏ, ਲੜੇ ਵੀ। ਤਲਵਾਰ ਸੀ, ਵਰਤੋਂ ਗਲਤ ਕੀਤੀ ਕਿ ਆਪਣਿਆਂ ਦਾ ਹੀ ਕਤਲ ਕੀਤਾ। ਜਦੋਂ ਸਾਰੇ ਆਪਣੇ ਲੋਕਾਂ ਦਾ ਕਤਲ ਕੀਤਾ ਤੇ ਹੁਣ ਕੀ ਕੀਤਾ? ਫਿਰ ਹੁਣ ਚੰਗੇਜ਼ ਖਾਨ ਨੇ ਉਹਨਾਂ ਸਾਰੇ ਲੋਕਾਂ ਨੂੰ ਇਹ ਕਹਿ ਕੇ ਬੁਲਾਇਆ ਕਿ ਤੁਹਾਨੂੰ ਰਾਜ ਸੱਤਾ ਦੇਵਾਂਗਾ। ਸਾਰੇ ਦਰਬਾਰ ਦੇ ਵਿੱਚ ਸੱਦ ਕੇ ਜਿਨ੍ਹਾਂ ਨੇ ਚੰਗੇਜ਼ ਖਾਨ ਦੀ ਮਦਦ ਕੀਤੀ ਸੀ, ਸਾਰੇ ਮਰਵਾ ਦਿੱਤੇ। ਇੱਕ ਨੇ ਸਵਾਲ ਕੀਤਾ, ਸਾਨੂੰ ਕਿਉਂ ਮਰਵਾਇਆ? ਤੇ ਚੰਗੇਜ਼ ਖਾਨ ਦਾ ਜਵਾਬ ਪਤਾ ਕੀ ਸੀ? ਕਿ ਜਿਹੜੇ ਲਾਲਚ ਦੇ ਵਿੱਚ ਆਪਣਿਆਂ ਦੇ ਨਹੀਂ ਹੋ ਸਕੇ, ਉਹ ਮੇਰੇ ਕਦੋਂ ਹੋ ਸਕਦੇ? ਤਲਵਾਰ ਤਾਂ ਹੈ, ਵਰਤੋਂ ਜਾਇਜ਼ ਨਹੀਂ ਸੀ। ਕਿ ਜਿਹੜੇ ਆਪਣਿਆਂ ਦੇ ਨਹੀਂ ਹੋ ਸਕੇ, ਉਹ ਮੇਰੇ ਕਿਵੇਂ ਹੋ ਸਕਦੇ ਨੇ? ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਸਾਂਝੀ ਕਰਦਾ। ਟ੍ਰੀਟੀ ਆਫ ਅੰਮ੍ਰਿਤਸਰ 1846, ਜਦੋਂ ਸਿੱਖ ਰਾਜ ਸਿੱਖਾਂ ਦੇ ਕੋਲੋਂ ਜਾਂਦਾ ਰਿਹਾ ਤੇ 7.5 ਮਿਲੀਅਨ 75,000 ਨਾਨਕਸ਼ਾਹੀ ਮੋਹਰਾਂ ਅੰਗਰੇਜ਼ਾਂ ਨੇ ਲੈ ਕੇ, ਜਿਹੜਾ ਸਿੱਖਾਂ ਦਾ ਜੰਮੂ ਕਸ਼ਮੀਰ ਤੋਂ ਤਿੱਬਤ ਤੱਕ ਦਾ ਇਲਾਕਾ ਸੀ, ਜਿਹੜਾ ਅੱਜ ਚੀਨ ਦੇ ਕਬਜ਼ੇ ਦੇ ਵਿੱਚ ਹੈ, ਉਹ ਸਾਰਾ ਰਾਜ ਗੁਲਾਬ ਸਿੰਘ ਡੋਗਰੇ ਨੂੰ ਦੇ ਦਿੱਤਾ। ਇਹ ਤੁਹਾਨੂੰ ਯਾਦ ਹੋਵੇ ਕਿਤੇ 1963 ਦੇ ਵਿੱਚ ਜਦੋਂ ਮੁਰਾਰਜੀ ਦੇਸਾਈ ਇੰਡੀਆ ਦਾ ਪ੍ਰਾਈਮ ਮਿਨਿਸਟਰ ਸੀ ਤੇ ਉਦੋਂ ਫੋਰਨ ਮਿਨਿਸਟਰ ਵਾਜਪਾਈ ਸੀ। ਫੋਰਨ ਮਿਨਿਸਟਰ ਨੇ ਜਾ ਕੇ, ਵਾਜਪਾਈ ਨੇ ਜਾ ਕੇ ਚਾਈਨਾ ਦੇ ਫੋਰਨ ਮਿਨਿਸਟਰ ਦੇ ਨਾਲ ਤੇ ਡਿਫੈਂਸ ਮਿਨਿਸਟਰ ਦੇ ਨਾਲ ਇੱਕ ਗੱਲ ਕੀਤੀ ਕਿ ਚੀਨ ਨੇ ਸਾਡੇ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਹੈ, ਹਿੰਦੁਸਤਾਨ ਦੇ ਇਲਾਕੇ ਦੇ ਉੱਪਰ, ਐਕਸਾਈਚਿਨ ਤੋਂ ਲੈ ਕੇ ਅਰੁਣਾਚਲ ਤੱਕ ਦਾ ਇਲਾਕਾ, ਸਾਨੂੰ ਵਾਪਸ ਦੇ ਦਿਓ। ਤੇ ਉਹਨਾਂ ਦਾ ਜਵਾਬ ਪਤਾ ਕੀ ਸੀ? ਕਿ ਇੰਡੀਅਨ ਗਵਰਨਮੈਂਟ ਇਸ ਇਲਾਕੇ ਤੇ ਕਲੇਮ ਨਹੀਂ ਕਰ ਸਕਦੀ, ਕਿਉਂਕਿ ਇਹ ਇਲਾਕਾ ਜਿਹੜਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹੈ। 1842 ਦੇ ਵਿੱਚ ਇੱਕ ਟ੍ਰੀਟੀ ਹੋਈ, ਉਸ ਨੂੰ ਕਿਹਾ ਜਾਂਦਾ ਟ੍ਰੀਟੀ ਆਫ ਚਸ਼ੂਲ, ਜਿਹੜੀ ਚਾਈਨੀਜ਼ ਗਵਰਨਮੈਂਟ ਦੇ ਵਿੱਚ ਤੇ ਸਰਕਾਰੇ ਖਾਲਸਾ ਦੇ ਵਿੱਚ ਹੈ। ਚਾਈਨੀਜ਼ ਆਪਣੀ ਲੈਂਗੁਏਜ 'ਚ ਉਹਨੂੰ ਸ਼ੁਰੂ ਕਰਦੇ ਨੇ ਸਰਕਾਰੇ ਖਾਲਸਾ ਜੀ, ਸ੍ਰੀ ਗੁਰੂ ਖਾਲਸਾ ਜੀ, ਸ੍ਰੀ ਮਹਾਰਾਜਾ ਜੀ, ਇਹ ਤੁਹਾਡੀ ਸਾਡੇ ਨਾਲ ਟ੍ਰੀਟੀ ਹੋ ਰਹੀ ਹੈ। ਸੋ ਜਦੋਂ ਉਹ ਇਲਾਕਾ ਬ੍ਰਿਟਿਸ਼ ਨੇ ਦੇ ਵੀ ਦਿੱਤਾ ਨਾ, ਉਹਦੇ ਤੋਂ ਬਾਅਦ ਵੀ ਉਹਦਾ ਪੂਰਾ ਅਧਿਕਾਰ ਜਿਹੜਾ ਗਿਲਗਿਟ ਐਂਡ ਬਾਲਟਿਸਤਾਨ, ਜਿਹਨੂੰ GB ਐਸੋਸੀਏਸ਼ਨ ਕਿਹਾ ਜਾਂਦਾ, ਉਹਦਾ ਪੂਰਾ ਅਧਿਕਾਰ ਉਹਨਾਂ ਨੇ ਡੋਗਰਿਆਂ ਨੂੰ ਨਹੀਂ ਦਿੱਤਾ। ਇੱਕ ਕਿਤਾਬ ਦੇ ਵਿੱਚ ਮੈਂ ਬੜੀ ਪਿਆਰੀ ਗੱਲ ਪੜ੍ਹੀ ਕਿ ਡੋਗਰੇ ਅੰਗਰੇਜ਼ਾਂ ਨੂੰ ਵੀ ਇੱਕ ਸਵਾਲ ਕਰਦੇ ਨੇ ਕਿ ਤੁਸੀਂ ਇਸ ਇਲਾਕੇ ਦਾ ਸਾਰਾ ਪ੍ਰਬੰਧ ਸਾਨੂੰ ਕਿਉਂ ਨਹੀਂ ਦੇ ਰਹੇ? ਤੇ ਅੰਗਰੇਜ਼ ਗਵਰਨਰ ਦਾ ਜਵਾਬ ਬੜਾ ਪਿਆਰਾ ਸੀ ਕਿ ਸਾਰੀ ਉਮਰ ਰਣਜੀਤ ਸਿੰਘ ਦੇ ਰਾਜ ਤਾਂ ਖਾਣ ਤੋਂ ਬਾਅਦ ਜਿਹੜੇ ਰਣਜੀਤ ਸਿੰਘ ਨਾਲ ਧੋਖਾ ਕਰ ਸਕਦੇ ਨੇ, ਉਹ ਸਾਡੇ ਕਦੋਂ ਹੋ ਸਕਦੇ? ਇਹ ਗੱਲ ਬੜੀ ਅਹਿਮ ਹੈ ਕਿ ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਧੋਖਾ ਕਰ ਸਕਦੇ ਨੇ, ਉਹ ਸਾਡੇ ਕਦੋਂ ਹੋ ਸਕਦੇ? ਸੋ ਇਹ ਹੈ, ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜ ਸੱਤਾ ਦੀ ਤਾਕਤ ਨੂੰ ਸਮਝਾਇਆ। ਹੁਣ ਆ ਜਾਂਦੇ ਆ ਕਿ ਰਾਜਾ, ਤਲਵਾਰ ਦੀ ਤਾਕਤ ਦੀ ਤੁਹਾਡੇ ਨਾਲ ਗੱਲ ਕੀਤੀ ਹੈ, ਪੈਸੇ ਦੀ ਤਾਕਤ ਦੀ ਗੱਲ ਕੀਤੀ ਹੈ, ਫਿਰ ਅੰਪੀਰੀਅਲਿਜ਼ਮ, ਫਿਰ ਰਾਜਾ ਕਿਵੇਂ ਦਾ ਹੋਵੇ? ਵਕਤ 5 ਮਿੰਟ ਰਹਿ ਗਏ ਨੇ, ਮੈਂ ਉਹਨੇ 'ਚ ਹੀ ਖਤਮ ਕਰਨ ਦਾ ਯਤਨ ਕਰਾਂਗਾ। ਰਾਜ ਸੱਤਾ ਦੀ ਤਾਕਤ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਾਜ਼ੀ ਨੂੰ ਕਹਿੰਦੇ ਨੇ ਕਿ ਰਾਜਾ ਵੀ ਇੱਕ ਤਾਕਤ ਹੈ, ਬਸ਼ਰਤੇ ਰਾਜੇ ਨੂੰ ਪੈਸੇ ਦੀ ਔਰ ਤਲਵਾਰ ਦੀ ਸਹੀ ਵਰਤੋਂ ਦਾ ਗਿਆਨ ਹੋਵੇ, ਰਾਜਾ ਫਿਰ ਕਰਾਮਾਤ ਦਾ ਮੁਜੱਸਮਾ ਹੈ। ਹੁਣ ਤੁਹਾਡੇ ਸਾਹਮਣੇ ਇਤਿਹਾਸ ਦੀਆਂ ਦੋ ਮਿਸਾਲਾਂ ਨੇ। ਇੱਕ ਤਾਂ ਸਭ ਤੋਂ ਬੁਰਾ ਬਾਦਸ਼ਾਹ ਸੀ ਗਿਣਦੇ ਔਰੰਗਜ਼ੇਬ ਨੂੰ। ਜਦੋਂ ਚੰਗੇ ਰਾਜ ਦੀ ਗੱਲ ਕਰਦੇ ਆ ਤੇ ਸਾਡੇ ਸਾਹਮਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਜਾਂਦਾ। ਹੁਣ ਅੰਤਰ ਕੀ ਹੈ? ਹੈ ਤਾਂ ਦੋਵੇਂ ਬਾਦਸ਼ਾਹ, ਪੈਸਾ ਦੋਵਾਂ ਦੇ ਕੋਲ ਹੈ, ਤਾਕਤ ਦੋਵਾਂ ਦੇ ਕੋਲ ਹੈ,
ਤਲਵਾਰ ਦੋਵਾਂ ਦੇ ਕੋਲ ਹੈ, ਰਾਜ ਦੋਵਾਂ ਦੇ ਕੋਲ ਹੈ, ਰਾਜ ਸੱਤਾ ਦੋਵਾਂ ਦੇ ਕੋਲ ਹੈ। ਹੁਣ ਉਸ ਅੰਤਰ ਨੂੰ ਸਮਝੀਏ ਕਿ ਕਿਹੜੇ ਰਾਜ ਦੇ ਕੋਲ ਰੂਹਾਨੀਅਤ ਦੀ ਕਰਾਮਾਤ ਹੈ। ਔਰੰਗਜ਼ੇਬ ਦੀ ਜੀਵਨ ਦੀ ਇੱਕ ਘਟਨਾ ਨੂੰ ਇੱਕ ਬ੍ਰਿਟਿਸ਼ ਸਕਾਲਰ ਬਰਨੀਅਰ ਨੇ ਵੀ ਲਿਖਿਆ, ਉਸ ਦਾ ਹਵਾਲਾ ਕੁਝ ਸਿੱਖ ਵਿਦਵਾਨਾਂ ਨੇ ਵੀ ਦਿੱਤਾ ਹੈ। ਔਰੰਗਜ਼ੇਬ ਨੇ ਆਗਰੇ ਦੇ ਵਿੱਚ 4 ਬੱਚੇ ਕਤਲ ਕਰਵਾ ਦਿੱਤੇ ਸੀ। ਔਰੰਗਜ਼ੇਬ ਨੇ ਆਗਰੇ ਦੇ ਵਿੱਚ 4 ਬੱਚੇ ਕਤਲ ਕਰਵਾ ਦਿੱਤੇ ਸੀ, ਛੋਟੇ ਛੋਟੇ ਬੱਚੇ, ਖੇਡਦੇ ਬੱਚੇ। ਕਸੂਰ ਕੀ ਸੀ? ਬੱਚੇ ਇੱਕ ਖੇਡ ਖੇਡ ਰਹੇ ਸੀ, ਉਸ ਖੇਡ ਦਾ ਨਾਮ ਸੀ ਜ਼ੁਲਮੀ ਰਾਜਾ। ਉਹਦੇ ਵਿੱਚ ਕੁਝ ਬੱਚੇ ਰਾਜਾ ਬਣਦੇ ਸੀ, ਕੁਝ ਬੱਚੇ ਚੋਰ ਬਣਦੇ ਸੀ, ਕੁਝ ਬੱਚੇ ਸਿਪਾਹੀ ਬਣਦੇ ਸੀ। ਉਸ ਨਾਟਕ ਨੂੰ ਇਸ ਤਰ੍ਹਾਂ ਪੇਸ਼ ਕਰਦੇ ਸੀ ਕਿ ਰਾਜਾ ਜ਼ਾਲਮ ਹੈ, ਬਾਦਸ਼ਾਹ ਜ਼ਾਲਮ ਸੀ। ਤੇ ਜਦੋਂ ਅਸੀਂ ਖੁਦ ਬੁਰਾਈ ਦੇ ਨਾਲ ਭਰੇ ਹੋਏ ਹੁੰਦੇ ਆ ਨਾ, ਤੇ ਸਾਨੂੰ ਆਪਣੇ ਅੰਦਰ ਦਾ ਡਰ ਹੁੰਦਾ ਹੈ ਕਿ ਜੋ ਕੁਝ ਕਿਹਾ ਜਾ ਰਿਹਾ ਸ਼ਾਇਦ ਮੈਨੂੰ ਕਿਹਾ ਜਾ ਰਿਹਾ। ਕੁਦਰਤੀ ਇੰਝ ਹੀ ਹੁੰਦਾ ਹੈ ਕਿ ਜਿਹੜੀ ਬੁਰਾਈ ਮੇਰੇ ਅੰਦਰ ਹੈ, ਜੇਕਰ ਉਸ ਬੁਰਾਈ ਦੀ ਚਰਚਾ ਕੋਈ ਕਰ ਰਿਹਾ ਹੈ ਤੇ ਮੈਂ ਮਹਿਸੂਸ ਕਰ ਰਿਹਾ ਹੁੰਦਾ ਕਿ ਗੱਲ ਕਿਸੇ ਦੀ ਨਹੀਂ, ਗੱਲ ਮੇਰੀ ਕੀਤੀ ਜਾ ਰਹੀ ਹੈ। ਬਾਦਸ਼ਾਹ ਇਸ ਗੱਲ ਤੋਂ ਜਦੋਂ ਪਤਾ ਲੱਗਾ ਕਿ ਬੱਚੇ ਕਿਹੜੀ ਖੇਡ ਖੇਡਦੇ ਨੇ, ਹੁਣ ਬਾਦਸ਼ਾਹ ਦੇ ਕੋਲ ਪੈਸੇ ਦੀ ਤਾਕਤ ਵੀ ਹੈ, ਤਲਵਾਰ ਦੀ ਤਾਕਤ ਵੀ ਹੈ। ਜੇ ਚੰਗਾ ਬਾਦਸ਼ਾਹ ਹੁੰਦਾ ਤੇ ਉਹਨਾਂ ਨੂੰ, ਬੱਚਿਆਂ ਨੂੰ ਕਹਿੰਦਾ ਕਿ ਨਹੀਂ, ਤੁਸੀਂ ਮੇਰਾ ਅਕਸ ਗਲਤ ਪੇਸ਼ ਕਰ ਰਹੇ ਹੋ, ਮੈਂ ਤੁਹਾਡੀ ਮਦਦ ਕਰਦਾ, ਚੰਗਾ ਅਕਸ ਪੇਸ਼ ਕਰੋ। ਨਹੀਂ, ਤਲਵਾਰ ਦੀ ਤਾਕਤ ਦੀ ਵਰਤੋਂ ਕੀਤੀ, 4 ਬੱਚੇ ਕਤਲ ਕਰਵਾ ਦਿੱਤੇ। ਇਤਿਹਾਸ ਵਿੱਚ ਲਿਖਿਆ। ਹੁਣ ਅਸੀਂ ਇੱਕ ਚੰਗੇ ਰਾਜੇ ਵੱਲ ਆਉਣ ਦਾ ਯਤਨ ਕਰੀਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਰਣਜੀਤ ਸਿੰਘ ਇੱਕ ਦਿਨ ਆਪਣੇ ਦਰਬਾਰ ਦੇ ਵਿੱਚ ਜਾ ਰਹੇ ਨੇ, ਉਸ ਦੇ ਸਾਥੀ ਨਾਲ ਘੋੜਿਆਂ ਦੇ ਉੱਪਰ ਸਵਾਰ ਨੇ। ਰਣਜੀਤ ਸਿੰਘ ਆਪ ਅਸਪੇ ਲੈਲਾ ਘੋੜੇ ਦੇ ਉੱਪਰ ਸਵਾਰ ਨੇ। ਔਰ ਜੇ ਕਿਤੇ ਤੁਹਾਨੂੰ ਬੈਰਨ ਹਿਊਗਲ ਨੂੰ ਪੜ੍ਹਨ ਦਾ ਮੌਕਾ ਮਿਲੇ, ਬੈਰਨ ਹਿਊਗਲ ਲਿਖਦਾ, ਕਹਿੰਦਾ ਕਿ ਸ਼ੇਰੇ ਪੰਜਾਬ ਇੰਨਾ ਅਮੀਰ ਸੀ ਕਿ ਜਿਹੜਾ ਉਸ ਦਾ ਘੋੜਾ ਸੀ ਨਾ, ਉਹਦੇ ਸੈਡਲ ਤੇ ਘੋੜੇ ਨੂੰ ਸ਼ਿੰਗਾਰਨ ਦੇ ਵਾਸਤੇ ਜਿਹੜੇ ਗਹਿਣੇ ਸੀ, ਉਹਨਾਂ ਸਮੇਂ 'ਚ 36 ਲੱਖ ਰੁਪਏ ਦੇ ਸੀ। ਜਿੰਨਾ ਕਿ ਉਦੋਂ ਰਿਆਸਤਾਂ ਦੇ ਕੋਲ ਪੈਸਾ ਨਹੀਂ ਸੀ ਹੁੰਦਾ, ਉਹਦੇ ਘੋੜੇ ਨੂੰ ਇੰਨੇ ਪਿਆਰੇ ਤਰੀਕੇ ਨਾਲ ਸ਼ਿੰਗਾਰਿਆ ਜਾਂਦਾ ਸੀ। ਇੰਨੀ ਅਮੀਰੀ ਸੀ ਸਾਡੇ ਰਾਜ ਦੇ ਕੋਲ। ਜਦੋਂ ਅਸੀਂ ਰੌਥਚਾਈਲਡ ਫੈਮਿਲੀ ਦੀ ਗੱਲ ਕਰਦੇ ਹਾਂ, ਅੱਜ ਵਰਲਡ ਬੈਂਕ ਦੀ ਗੱਲ ਕਰਦੇ ਹਾਂ, ਰੌਟਵੀਲਰਸ ਦੀ ਗੱਲ ਕਰਦੇ ਹਾਂ, ਜਾਂ ਅਸੀਂ ਜਿਹੜੀਆਂ ਵੱਡੀਆਂ ਐਵੇਂ ਦੀਆਂ ਫੈਮਿਲੀਜ਼, ਬਾਇਰ ਫੈਮਿਲੀ ਦੀ ਗੱਲ ਕਰਦੇ ਹਾਂ, ਤਾਂ ਜਿੰਨੀ ਵੀ ਇਹ ਵੱਡੇ ਬੈਂਕਰਸ ਨੇ, ਇਹਨਾਂ ਦੇ ਕੋਲੋਂ 2 ਰਾਜੇ ਹੋਏ ਨੇ ਦੁਨੀਆ ਦੇ ਉੱਪਰ ਜਿਨ੍ਹਾਂ ਨੇ ਕਰਜ਼ਾ ਨਹੀਂ ਲਿਆ। ਇੱਕ ਨੈਪੋਲੀਅਨ ਤੇ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਦੁਨੀਆ ਦੇ ਉੱਪਰ 2 ਹੀ ਰਾਜੇ ਹੋਏ। ਈਸਟ ਇੰਡੀਆ ਕੰਪਨੀ ਦੇ ਮਾਲਕ ਰੌਥਚਾਈਲਡ ਫੈਮਿਲੀ ਸੀ, ਜਿਊਸ਼ ਨੇ। ਖੈਰ ਉਹ ਇਤਿਹਾਸ ਤੇ ਬੜਾ ਲੰਬਾ ਹੈ, ਫਿਰ ਕਿਤੇ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਸਾਥੀਆਂ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਹੈ ਤੇ ਇੱਕਦਮ ਪੱਥਰ ਆ ਕੇ ਮੱਥੇ ਤੇ ਲੱਗਦਾ। ਇੱਕਦਮ ਸਾਰੇ ਰੁਕ ਗਏ, ਸ਼ਾਇਦ ਹਮਲਾ ਕੀਤਾ ਗਿਆ ਰਾਜੇ ਤੇ। ਸਾਰੇ ਆਸੇ ਪਾਸੇ ਵੇਖ ਰਹੇ ਨੇ ਕਿ ਪੱਥਰ ਕਿੱਧਰੋਂ ਆਇਆ। ਵੇਖਦੇ ਨੇ ਕਿ ਪੱਥਰ ਇੱਕ ਬੱਚੇ ਦੇ ਵੱਲੋਂ ਸੁੱਟਿਆ ਗਿਆ। ਬੱਚੇ ਨੂੰ ਰਣਜੀਤ ਸਿੰਘ ਦੇ ਸਾਹਮਣੇ ਫੜ ਕੇ ਲਿਆਂਦਾ ਗਿਆ। ਹੁਣ ਔਰੰਗਜ਼ੇਬ ਦਾ ਤੇ ਰਣਜੀਤ ਸਿੰਘ ਦੇ ਰਾਜ ਦਾ ਅੰਤਰ ਵੇਖਣਾ। ਬੱਚੇ ਨੂੰ ਰਣਜੀਤ ਸਿੰਘ ਦੇ ਸਾਹਮਣੇ ਫੜ ਕੇ ਲਿਆਂਦਾ ਗਿਆ ਤੇ ਰਣਜੀਤ ਸਿੰਘ ਬੱਚੇ ਨੂੰ ਸਵਾਲ ਕੀਤਾ, ਬੇਟਾ ਮੈਨੂੰ ਪੱਥਰ ਕਿਉਂ ਮਾਰਿਆ? ਕਹਿੰਦਾ, ਸਰਕਾਰੇ ਖਾਲਸਾ, ਬਾਦਸ਼ਾਹ ਸਲਾਮਤ, ਪੱਥਰ ਤੁਹਾਨੂੰ ਨਹੀਂ ਮਾਰਿਆ। ਕਹਿੰਦੇ, ਫਿਰ ਪੱਥਰ ਮੇਰੇ ਆ ਕੇ ਕਿਉਂ ਵੱਜਾ? ਕਹਿੰਦਾ, ਜੀ ਮੈਂ ਤਾਂ ਬੇਰੀ ਦੇ ਇੱਕ ਦਰਖਤ ਦੇ ਉੱਪਰੋਂ, ਬੇਰੀ ਦੇ ਰੁੱਖ ਦੇ ਉੱਪਰੋਂ ਬੇਰ ਲਾਉਣ ਦੇ ਵਾਸਤੇ ਪੱਥਰ ਮਾਰ ਰਿਹਾ ਸੀ ਕਿ ਬੇਰ ਝੜਨਗੇ ਤੇ ਮੈਂ ਖਾਊਂਗਾ। ਉਹ ਪੱਥਰ ਜਿਹੜਾ ਸੀਗਾ ਉਹ ਬੇਰੀ ਨੂੰ ਨਹੀਂ ਵੱਜਾ ਤੇ ਉੱਪਰੋਂ ਦੀ ਹੋ ਕੇ ਤੁਹਾਨੂੰ ਆ ਕੇ ਵੱਜ ਗਿਆ, ਮੈਂ ਤੁਹਾਨੂੰ ਨਹੀਂ ਮਾਰਿਆ। ਸ਼ੇਰੇ ਪੰਜਾਬ ਮੁਸਕਰਾ ਕੇ ਕਹਿੰਦਾ, ਬੇਰੀ ਨੂੰ ਪੱਥਰ ਮਾਰਿਆ ਕੀ ਮਿਲਦਾ ਹੈ? ਕਹਿੰਦੇ, ਜੀ ਬੇਰ ਮਿਲਦੇ ਨੇ। ਹੁਣ ਕੁਛ ਦਰਬਾਰੀ ਤਾਂ ਕਹਿੰਦੇ ਨੇ ਕਿ 4 ਥੱਪੜ ਮਾਰੀਏ, ਬੱਚੇ ਨੇ ਗਲਤੀ ਕੀਤੀ ਹੈ, ਰਾਜੇ ਦੇ ਮੱਥੇ 'ਚ ਪੱਥਰ ਲੱਗਾ, ਖੂਨ ਵਹਿ ਰਿਹਾ। ਤੇ ਸ਼ੇਰੇ ਪੰਜਾਬ ਕੀ ਕਹਿੰਦਾ ਕਿ ਜੇਕਰ ਇੱਕ ਦਰਖਤ, ਇੱਕ ਬੇਰੀ ਦੇ ਉੱਪਰ ਪੱਥਰ ਮਾਰਨ ਦੇ ਨਾਲ ਤੁਹਾਨੂੰ ਬੇਰ ਮਿਲਦੇ ਨੇ ਤੇ ਰਾਜੇ ਨੂੰ ਪੱਥਰ ਮਾਰਨ ਤੋਂ ਬਾਅਦ ਤਾਂ ਵੱਡੀ ਚੀਜ਼ ਮਿਲਣੀ ਚਾਹੀਦੀ। ਇਹ ਹੈ ਰਾਜਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਬੱਚਿਆਂ ਨੂੰ ਮਿਲਾਇਆ, ਉਹਨਾਂ ਦੀਆਂ ਝੋਲੀਆਂ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਬੇਰੀ ਨੂੰ ਪੱਥਰ ਮਾਰਨ ਤੋਂ ਬਾਅਦ ਜੇਕਰ ਬੇਰ ਮਿਲਦੇ ਨੇ ਤੇ ਸਿੱਖ ਰਾਜੇ ਨੂੰ ਪੱਥਰ ਵੱਜੇ ਤਾਂ ਤੁਹਾਨੂੰ ਬਹੁਤ ਕੁਝ ਮਿਲਣਾ ਚਾਹੀਦਾ। ਸਾਡੇ ਇੱਕ ਇਤਿਹਾਸਕ ਸਰੋਤ 'ਚ ਜ਼ਿਕਰ ਮਿਲਦਾ ਹੈ ਕਿ ਬਕਾਇਦਾ ਤੌਰ ਤੇ ਉਹਨਾਂ ਬੱਚਿਆਂ ਦੇ ਨਾਮ 2 ਪਿੰਡਾਂ ਦੀ ਜਗੀਰ ਲਗਾ ਦਿੱਤੀ। ਇਹ ਸੀ ਸ਼ੇਰੇ ਪੰਜਾਬ ਦਾ ਰਾਜ। ਸੋ ਅਸੀਂ ਸਾਰੇ ਚਾਹੁੰਦੇ ਹਾਂ ਕਿ ਰਾਜ ਹੋਵੇ, ਪਰ ਉਹ ਜਿਹੜਾ ਰਾਜ ਦਾ ਤਸੱਵਰ ਹੈ
ਉਹ ਹੋਣਾ ਚਾਹੀਦਾ ਜਿਹੜਾ ਗੁਰਮਤ ਵਿਚਾਰਧਾਰਾ ਨੇ ਸਾਨੂੰ ਦੱਸਿਆ ਹੈ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਾਹੀ ਤੈ ਠਾਉ, ਨਾ ਤਸਵੀਸ ਖਿਰਾਸ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਕਿ ਹਮੇਸ਼ਾ ਹੀ ਅਸੀਂ ਉਸ ਰਾਜ ਸੱਤਾ ਦੀ ਮੰਗ ਕਰਦੇ ਹਾਂ ਜਿਸ ਰਾਜ ਸੱਤਾ ਦੇ ਵਿੱਚ ਅਸੀਂ ਇੱਕ ਚੰਗਾ ਸੰਤੁਸ਼ਟੀ ਭਰਿਆ ਜੀਵਨ ਜਿਹੜਾ ਉਹ ਜੀ ਸਕਦੇ ਹਾਂ। ਤੇ ਉਸ ਜੀਵਨ ਜੀਣ ਦੀ ਜਿਹੜੀ ਵਿਧ ਹੈ ਉਹ ਕਲਗੀਧਰ ਪਾਤਸ਼ਾਹ ਨੇ ਸਾਨੂੰ ਦੱਸੀ ਹੈ, ਤੇ ਕਲਗੀਧਰ ਪਾਤਸ਼ਾਹ ਦੇ ਹੁਕਮ ਨੂੰ ਹੀ ਅਸੀਂ ਗੁਰੂ ਦੀ ਹਜ਼ੂਰੀ 'ਚ ਰੋਜ਼ ਹੀ ਸਾਰੇ ਸਮੂਹਿਕ ਰੂਪ 'ਚ ਕਹਿੰਦੇ ਹਾਂ, ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ। ਸੋ ਉਹ ਜਿਹੜਾ ਸਾਡਾ ਖਾਲਸਾ ਰਾਜ ਹੈ ਜਿਹਦੇ ਵਾਸਤੇ ਅਸੀਂ ਅੱਜ ਵੀ ਆਪਣੇ ਮਨ ਦੇ ਵਿੱਚ ਇੱਕ ਦ੍ਰਿੜਤਾ ਰੱਖਦੇ ਹਾਂ ਕਿ ਖਾਲਸਾ ਰਾਜ ਕਰੇਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।